ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਅਤੇ ਭਾਰਤੀ ਰਵਾਇਤ ਦੀ ਰੌਸ਼ਨੀ ਵਿੱਚ ਇਹ ਵਿਚਾਰ ਕਰਨੀ ਬਣਦੀ ਹੈ ਕਿ ਸਫਲ ਅਤੇ ਸੁਖਦਾਈ ਗ੍ਰਹਿਸਥੀ ਜੀਵਨ ਲਈ ਪਤੀ ਪਤਨੀ ਦੇ ਫਰਜ਼ ਕੀ ਹਨ। ਆਏ ਦਿਨ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਟੁੱਟਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਤਲਾਕਾਂ ਦੀ ਬਿਮਾਰੀ ਹੁਣ ਗੁਰਸਿੱਖਾਂ ਦੇ ਘਰ ਤੱਕ ਵੀ ਪਹੁੰਚ ਗਈ ਹੈ। ਕਈ ਰਿਸ਼ਤੇ ਤਾਂ ਸ਼ਾਂਤੀ ਨਾਲ ਟੁੱਟ ਜਾਂਦੇ ਹਨ, ਪਰ ਕਈ ਰਿਸ਼ਤਿਆਂ ਦੇ ਟੁੱਟਣ ਤੋਂ ਪਹਿਲਾਂ ਜਾਨੀ ਨੁਕਸਾਨ ਵੀ ਹੋ ਜਾਂਦੇ ਹਨ। ਕੀ ਕਾਰਨ ਹੈ ਕਿ ਇੰਨਾ ਪਵਿੱਤਰ ਅਤੇ ਪਿਆਰ ਵਾਲਾ ਰਿਸ਼ਤਾ ਇਸ ਕਦਰ ਜ਼ਹਿਰੀ, ਨਫ਼ਰਤ ਭਰਿਆ ਅਤੇ ਹਿੰਸਕ ਬਣ ਜਾਂਦਾ ਹੈ ਕਿ ਨੌਬਤ ਮਾਰ ਕੁਟਾਈ ਅਤੇ ਤਲਾਕ ਤੱਕ ਪਹੁੰਚ ਜਾਂਦੀ ਹੈ। ਸਾਨੂੰ ਬਹੁਤ ਗੁਰਸਿੱਖਾਂ ਤੇ ਦਰਸ਼ਕਾਂ ਦੇ ਮੈਸੇਜ ਆਏ ਹਨ ਕਿ ਅਸੀਂ ਸਫਲ ਗ੍ਰਹਿਸਥੀ ਜੀਵਨ ਬਾਰੇ ਕੋਈ ਵੀਡੀਓ ਤਿਆਰ ਕਰੀਏ। ਸੋ ਅਸੀਂ ਅੱਜ ਦੀ ਵੀਡੀਓ ਵਿੱਚ ਇਹ ਵਿਚਾਰ ਕਰਾਂਗੇ ਕਿ ਸਫਲ ਦੰਪਤੀ ਜੀਵਨ ਦੇ ਰਾਜ਼ ਕੀ ਹਨ। ਆਓ ਨੁਕਤਿਆਂ ਦੀ ਸ਼ਕਲ ਵਿੱਚ ਵਿਚਾਰ ਕਰੀਏ ਕਿ ਸਫਲ ਗ੍ਰਹਿਸਥੀ ਜੀਵਨ ਵਿੱਚ ਕੀ ਕਰਨਾ ਜ਼ਰੂਰੀ ਹੈ ਅਤੇ ਕਿਸ ਤਰ੍ਹਾਂ ਅਸੀਂ ਆਪਣਾ ਗ੍ਰਹਿਸਥੀ ਜੀਵਨ ਖੁਸ਼ੀਆਂ ਵਾਲਾ ਬਣਾ ਸਕਦੇ ਹਾਂ। ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਜੇ ਤੁਸੀਂ ਇਹ ਵੀਡੀਓ ਪੂਰੀ ਦੇਖ ਲਈ ਅਤੇ ਇਸ ਵਿਚਲੇ ਸਾਰੇ ਨੁਕਤੇ ਸਮਝ ਲਏ ਤਾਂ ਤੁਹਾਡੀ ਜ਼ਿੰਦਗੀ ਵਿੱਚ ਜ਼ਰੂਰ ਬਦਲਾਅ ਆਵੇਗਾ ਅਤੇ ਤੁਹਾਡਾ ਜੀਵਨ ਸੁੱਖਾਂ ਵਾਲਾ ਹੋ ਜਾਵੇਗਾ। ਸਭ ਤੋਂ ਪਹਿਲਾਂ ਤਾਂ ਗੁਰਸਿੱਖੀ ਨੁਕਤਾ ਨਿਗਾਹ ਤੋਂ ਗ੍ਰਹਿਸਥੀ ਜੀਵਨ ਦਾ ਮਕਸਦ ਸਮਝਣਾ ਜ਼ਰੂਰੀ ਹੈ। ਸਿੱਖੀ ਵਿੱਚ ਗ੍ਰਹਿਸਥੀ ਜੀਵਨ ਦਾ ਮੁੱਖ ਮਕਸਦ ਬੱਚੇ ਪੈਦਾ ਕਰਨਾ ਜਾਂ ਸੰਸਾਰੀਆਂ ਵਾਂਗ ਕਾਮ ਕ੍ਰੀੜਾ ਵਿੱਚ ਫਸਣਾ ਨਹੀਂ ਹੈ, ਬਲਕਿ ਆਨੰਦ ਸੰਸਕਾਰ ਇੱਕ ਜ਼ਰੀਆ ਹੈ ਜਿਸ ਰਾਹੀਂ ਪਤੀ ਅਤੇ ਪਤਨੀ ਰਲ ਮਿਲ ਕੇ ਅਕਾਲ ਪੁਰਖ ਦੀ ਪ੍ਰਾਪਤੀ ਵਾਲੇ ਨਿਸ਼ਾਨੇ ਵੱਲ ਵਧਦੇ ਹਨ। ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਇਹ ਇਨਸਾਨੀ ਜਾਮਾ ਸਾਨੂੰ ਇਸ ਕਰਕੇ ਮਿਲਿਆ ਹੈ ਕਿ ਅਸੀਂ ਪ੍ਰਭੂ ਗੋਬਿੰਦ ਨੂੰ ਇਸ ਜਨਮ ਵਿੱਚ ਮਿਲਣਾ ਹੈ। ਇਹ ਗੁਰਵਾਕ ਸੁਣੋ ਜੀ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਪ੍ਰਭੂ ਪ੍ਰਾਪਤੀ ਵਾਲੇ ਮਕਸਦ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਅੰਮ੍ਰਿਤ ਸੰਸਕਾਰ ਤੋਂ ਬਾਅਦ ਜੋ ਅਗਲਾ ਸੰਸਕਾਰ ਆਪਣੇ ਸਿੱਖਾਂ ਲਈ ਲਾਜ਼ਮੀ ਕਰਾਰ ਦਿੱਤਾ ਹੈ, ਸੋ ਆਨੰਦ ਸੰਸਕਾਰ ਹੈ। ਆਨੰਦ ਕਾਰਜ ਤੋਂ ਬਾਅਦ ਪਤੀ ਪਤਨੀ ਇੱਕ ਦੂਜੇ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਕਰਨ ਵਿੱਚ ਸਹਾਇਤਾ ਕਰਦੇ ਹਨ। ਇਸੇ ਕਰਕੇ ਹੀ ਉਹ ਜੀਵਨ ਸਾਥੀ ਕਹਾਉਂਦੇ ਹਨ। ਗੁਰਮੁਖ ਪਤੀ ਪਤਨੀ ਇੱਕ ਦੂਜੇ ਦੇ ਆਸਰੇ ਅਕਾਲ ਪੁਰਖ ਦੀ ਬੰਦਗੀ ਕਰਦੇ ਹਨ, ਇਕੱਠੇ ਅੰਮ੍ਰਿਤ ਵੇਲੇ ਉੱਠਦੇ ਹਨ। ਜੇ ਇੱਕ ਜੀਵਨ ਸਾਥੀ ਉੱਠਣ ਵਿੱਚ ਢਿੱਲ ਕਰਦਾ ਹੈ ਤਾਂ ਦੂਜਾ ਪ੍ਰੇਰਦਾ ਹੈ। ਇਕੱਠੇ ਪਾਠ ਸਿਮਰਨ ਅਤੇ ਕੀਰਤਨ ਕਰਦੇ ਹਨ, ਇਹ ਵਿਚਾਰ ਕੇ ਕਿ ਮੇਰਾ ਜੀਵਨ ਸਾਥੀ ਪ੍ਰਭੂ ਪ੍ਰਾਪਤੀ ਵਿੱਚ ਮੇਰੀ ਬਹੁਤ ਮਦਦ ਕਰ ਰਿਹਾ ਹੈ। ਦੋਵੇਂ ਇੱਕ ਦੂਜੇ ਵਾਸਤੇ ਪਿਆਰ ਸਤਿਕਾਰ ਨਾਲ ਭਰ ਜਾਂਦੇ ਹਨ। ਬਦੋ ਬਦੀ ਇੱਕ ਦੂਜੇ ਨਾਲ ਪਿਆਰ ਪੈ ਜਾਂਦਾ ਹੈ। ਇਹ ਪਿਆਰ ਗ੍ਰਹਿਸਥੀ ਜੀਵਨ ਦੀ ਪੁਖਤਾਈ ਅਤੇ ਪਕਿਆਈ ਦੀ ਬੁਨਿਆਦ ਹੈ। ਜਿਸ ਵਿਆਹਤਾ ਜੀਵਨ ਵਿੱਚ ਇਹ ਫੀਲਿੰਗ ਆ ਜਾਵੇ, ਉਸ ਰਿਸ਼ਤੇ ਨੂੰ ਕੋਈ ਝੱਖੜ ਹਨੇਰੀ ਤੋੜ ਨਹੀਂ ਸਕਦਾ। ਇਹ ਠੀਕ ਹੈ ਕਿ ਸਰੀਰਕ ਮਿਲਨ ਵੀ ਗ੍ਰਹਿਸਥੀ ਜੀਵਨ ਦਾ ਹਿੱਸਾ ਹੈ, ਪਰ ਉੱਚ ਅਵਸਥਾ ਵਾਲੇ ਗੁਰਸਿੱਖ ਪਤੀ ਪਤਨੀ ਵਾਸਤੇ ਇਹ ਕਰਮ ਗ੍ਰਹਿਸਥੀ ਦਾ ਮੁੱਖ ਕਰਮ ਨਹੀਂ ਹੈ। ਦਿਲ ਦਾ ਦਿਲ ਨਾਲ ਮਿਲਨ ਸਰੀਰਕ ਮਿਲਨ ਨਾਲੋਂ ਜ਼ਿਆਦਾ ਜ਼ਰੂਰੀ ਅਤੇ ਜ਼ਿਆਦਾ ਸੁਖਦਾਇਕ ਹੈ। ਦਿਲ ਦੇ ਮਿਲਨ ਨਾਲੋਂ ਆਤਮਿਕ ਮਿਲਨ ਹੋਰ ਵੀ ਉਚੇਰਾ ਹੈ, ਪਰ ਇਹ ਮਿਲਨ ਕੇਵਲ ਉੱਚੀ ਅਵਸਥਾ ਵਾਲੇ ਗੁਰਮੁਖਾਂ ਦਾ ਹੁੰਦਾ ਹੈ। ਆਮ ਗੁਰਸਿੱਖ ਸੰਜਮ ਵਿੱਚ ਗੁਰਮਤਿ ਅਨੁਸਾਰੀ ਗ੍ਰਹਿਸਥੀ ਸੁਖ ਭੋਗਦੇ ਹੋਏ ਹੱਸਦਿਆਂ, ਖੇਲਦਿਆਂ, ਖਾਂਦਿਆਂ, ਪਹਿਨਦਿਆਂ ਗ੍ਰਹਿਸਥੀ ਵਿੱਚ ਰਹਿੰਦੇ ਹੋਏ ਹੀ ਮੁਕਤ ਹੋ ਜਾਂਦੇ ਹਨ। ਸੁਣੋ ਜੀ ਇਹ ਗੁਰਵਾਕ। ਮਹੱਲਾ ਪੰਜਵਾਂ। ਨਾਨਕ ਸਤਿਗੁਰ ਭੇਟਿਐ, ਪੂਰੀ ਹੋਵੈ ਜੁਗਤ। ਹੱਸੰਦਿਆਂ, ਖੇਲੰਦਿਆਂ, ਪਹਿਨੰਦਿਆਂ, ਖਾਵੰਦਿਆਂ, ਵਿੱਚੇ ਹੋਵੈ ਮੁਕਤ। ਇਹ ਸਫਲ ਜੀਵਨ ਦੀ ਜੁਗਤ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭੇਟ ਕੇ ਹੀ ਆਉਂਦੀ ਹੈ ਅਤੇ ਸਤਿਗੁਰ ਨੂੰ ਅਸੀਂ ਉਦੋਂ ਭੇਟਦੇ ਹਾਂ ਜਦੋਂ ਅਸੀਂ ਅੰਮ੍ਰਿਤ ਸੰਚਾਰ ਸਮਾਗਮ ਵਿੱਚ ਪੰਜ ਪਿਆਰਿਆਂ ਦੇ ਦਰਬਾਰ ਵਿੱਚ ਪੇਸ਼ ਹੋ ਕੇ ਆਪਣਾ ਸੀਸ ਗੁਰੂ ਨੂੰ ਭੇਟ ਕਰਕੇ ਅੰਮ੍ਰਿਤ ਛਕਦੇ ਹਾਂ। ਪਤੀ ਪਤਨੀ ਦੇ ਰਿਸ਼ਤੇ ਦਾ ਆਧਾਰ ਕਾਮ ਵਾਸਨਾ ਨਹੀਂ ਹੋਣੀ ਚਾਹੀਦੀ, ਬਲਕਿ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦਾ ਰਿਸ਼ਤਾ ਰੂਹਾਨੀ ਹੋਣਾ ਚਾਹੀਦਾ ਹੈ। ਜੇ ਇਸ ਰਿਸ਼ਤੇ ਦੀ ਬੁਨਿਆਦ ਕੇਵਲ ਕਾਮ ਵਾਸਨਾ ਹੀ ਹੋਵੇ ਤਾਂ ਕਾਮ ਵਾਸਨਾ ਅਜਿਹੀ ਸ਼ੈ ਹੈ ਜੋ ਸੁੱਖ ਨਹੀਂ ਦਿੰਦੀ। ਕਾਮ ਵਾਸਨਾ ਦਾ ਫੋਕਸ ਜੇ ਅੱਜ ਤੁਹਾਡਾ ਜੀਵਨ ਸਾਥੀ ਹੈ ਤਾਂ ਕੱਲ ਕੋਈ ਹੋਰ ਹੋਵੇਗਾ, ਕਿਉਂਕਿ ਕਾਮੀ ਇਨਸਾਨ ਦੀ ਬਿਰਤੀ ਇੱਕ ਥਾਂ ਤੇ ਨਹੀਂ ਰਹਿੰਦੀ। ਸੰਸਾਰੀਆਂ ਨੇ ਤਾਂ ਜੋ ਕਰਨਾ ਸੋ ਹੀ ਕਰਨਾ ਹੁੰਦਾ ਹੈ, ਪਰ
ਗੁਰਸਿੱਖਾਂ ਨੂੰ ਆਪਣੀ ਗ੍ਰਹਿਸਥੀ ਦੀ ਨੀਂਹ ਕਾਮ ਵਾਸਨਾ ਤੇ ਨਹੀਂ ਰੱਖਣੀ ਚਾਹੀਦੀ, ਬਲਕਿ ਪਵਿੱਤਰ ਪਿਆਰ ਅਤੇ ਸਤਿਕਾਰ ਵਾਲੇ ਦੋਸਤਾਨਾ ਸੰਬੰਧ ਤੇ ਰੱਖਣੀ ਚਾਹੀਦੀ ਹੈ। ਸੰਤਾਨ ਉਤਪਤੀ ਵਾਸਤੇ ਪਤੀ ਪਤਨੀ ਦੇ ਸਰੀਰਾਂ ਦਾ ਮਿਲਣ ਹੁੰਦਾ ਹੈ, ਪਰ ਸਰੀਰਾਂ ਦੇ ਮਿਲਣ ਤੋਂ ਵੱਡਾ ਦਿਲਾਂ ਦਾ ਮਿਲਣ ਹੋਣਾ ਚਾਹੀਦਾ ਹੈ ਅਤੇ ਦਿਲਾਂ ਤੋਂ ਵੱਡਾ ਆਤਮਿਕ ਮਿਲਣ ਹੋਣਾ ਚਾਹੀਦਾ ਹੈ। ਸਿੱਖਾਂ ਵਿੱਚ ਗ੍ਰਹਿਸਥ ਆਸ਼ਰਮ ਵਿੱਚ ਪ੍ਰਵੇਸ਼ ਦਾ ਨਾਂ ਆਨੰਦ ਸੰਸਕਾਰ ਹੈ। ਇਸ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਦੀ ਇਹ ਇੱਛਾ ਹੈ ਕਿ ਉਹਨਾਂ ਦੇ ਸਿੱਖਾਂ ਦੇ ਗ੍ਰਹਿਸਥੀ ਜੀਵਨ ਆਨੰਦ ਵਾਲੇ ਹੋਣ। ਸੋ ਸਾਡਾ ਗ੍ਰਹਿਸਥੀ ਜੀਵਨ ਆਨੰਦ ਭਰਪੂਰ ਹੋਣਾ ਚਾਹੀਦਾ ਹੈ। ਭਾਵੇਂ ਸਾਡਾ ਮੁੱਖ ਮਕਸਦ ਗ੍ਰਹਿਸਥੀ ਜੀਵਨ ਵਿੱਚੋਂ ਆਨੰਦ ਪ੍ਰਾਪਤ ਕਰਨਾ ਨਹੀਂ ਹੈ, ਪਰ ਜਦੋਂ ਅਸੀਂ ਗੁਰਮਤਿ ਦੇ ਧਾਰਨੀ ਹੋ ਕੇ ਗ੍ਰਹਿਸਥੀ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਸੁਭਾਵਿਕ ਹੀ ਸਹਿਜ ਸੁਭਾਏ ਹੀ ਜੀਵਨ ਆਨੰਦ ਵਾਲਾ ਬਣ ਜਾਂਦਾ ਹੈ। ਗੁਰੂ ਸਾਹਿਬ ਨੇ ਲਾਵਾਂ ਦੇ ਪਾਠ ਵਿੱਚ ਪਹਿਲੀ ਲਾਮ ਵਿੱਚ ਹੀ ਇਹ ਹੁਕਮ ਕਰ ਦਿੱਤਾ ਹੈ ਕਿ ਗੁਰਸਿੱਖ ਨੇ ਪ੍ਰਵਿਰਤੀ ਕਰਮ ਕਰਨਾ ਹੈ। ਸੁਣੋ ਜੀ ਲਾਵਾਂ ਦੀਆਂ ਪਹਿਲੀਆਂ 2 ਪੰਕਤੀਆਂ। ਹਰ ਪਹਿਲੜੀ ਲਾਂਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜਹੋ, ਪਾਪ ਤਜਾਇਆ ਬਲਰਾਮ ਜੀਓ। ਲਾਵਾਂ ਅਸਲ ਵਿੱਚ ਅਕਾਲ ਪੁਰਖ ਨੂੰ ਮਿਲਣ ਦੀਆਂ ਅਵਸਥਾਵਾਂ ਦਾ ਨਾਂ ਹੈ। ਇਹਨਾਂ ਆਰੰਭਕ ਪੰਕਤੀਆਂ ਵਿੱਚ ਗੁਰੂ ਸਾਹਿਬ ਨੇ 4 ਵੱਡੇ ਹੁਕਮ ਕੀਤੇ ਹਨ। ਸਭ ਤੋਂ ਪਹਿਲਾਂ ਪ੍ਰਵਿਰਤੀ ਕਰਮ ਦ੍ਰਿੜਾਇਆ ਹੈ। ਦੂਜਾ ਹੁਕਮ ਹੈ ਕਿ ਵੇਦਾਂ ਅਤੇ ਹੋਰ ਧਾਰਮਿਕ ਕਿਤਾਬਾਂ ਨੂੰ ਨਹੀਂ ਮੰਨਣਾ, ਬਲਕਿ ਗੁਰਬਾਣੀ ਨੂੰ ਹੀ ਬ੍ਰਹਮੇ ਦਾ ਵੇਦ ਜਾਣਨਾ ਹੈ। ਤੀਜਾ ਹੁਕਮ ਹੈ ਕਿ ਗੁਰਮਤਿ ਰੂਪੀ ਧਰਮ ਦ੍ਰਿੜ ਕਰਨਾ ਹੈ ਅਤੇ ਚੌਥਾ ਹੁਕਮ ਹੈ ਕਿ ਪਾਪ ਤਜਣਾ ਹੈ, ਭਾਵ ਪਾਪ ਨਹੀਂ ਕਰਨਾ। ਪ੍ਰਵਿਰਤੀ ਦਾ ਭਾਵ ਹੈ ਗ੍ਰਸਤੀ ਧਾਰਨ ਕਰਨੀ ਅਤੇ ਨਰਵਿਰਤੀ ਦਾ ਭਾਵ ਹੈ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਣਾ। ਗੁਰੂ ਸਾਹਿਬ ਜੀ ਸਪਸ਼ਟ ਤੌਰ ਤੇ ਸਾਨੂੰ ਪ੍ਰਵਿਰਤੀ ਕਰਮ ਦ੍ਰਿੜ ਕਰਵਾ ਰਹੇ ਹਨ, ਜਿਸ ਦਾ ਭਾਵ ਹੈ ਕਿ ਅਕਾਲ ਪੁਰਖ ਨੂੰ ਮਿਲਣ ਲਈ ਗ੍ਰਸਤ ਆਸ਼ਰਮ ਵਿੱਚ ਪ੍ਰਵੇਸ਼ ਕਰਨਾ ਲਾਜ਼ਮੀ ਹੈ। ਸੋ ਸਿੱਖ ਵਾਸਤੇ ਵਿਆਹ ਕਰਾਉਣ ਦਾ ਮੁੱਖ ਮਕਸਦ ਗੁਰੂ ਸਾਹਿਬ ਜੀ ਦਾ ਹੁਕਮ ਮੰਨਣਾ ਅਤੇ ਪ੍ਰਭੂ ਪ੍ਰਾਪਤੀ ਹੈ। ਲਾਵਾਂ ਦੀਆਂ ਪਹਿਲੀਆਂ 2 ਪੰਕਤੀਆਂ ਮੁਤਾਬਕ ਗੁਰਸਿੱਖ ਨੂੰ ਪ੍ਰਵਿਰਤੀ ਕਰਮ ਭਾਵ ਗ੍ਰਹਿਸਥੀ ਕਰਨ ਦੇ ਨਾਲ 3 ਹੋਰ ਹੁਕਮ ਮੰਨਣੇ ਵੀ ਲਾਜ਼ਮੀ ਹਨ। ਇੱਕ ਤਾਂ ਬਾਣੀ ਬ੍ਰਹਮਾ ਵੇਦ ਦੇ ਹੁਕਮ ਅਨੁਸਾਰ ਪਤੀ ਪਤਨੀ ਦੇ ਜੀਵਨ ਵਿੱਚ ਗੁਰਬਾਣੀ ਹੋਣੀ ਚਾਹੀਦੀ ਹੈ ਅਤੇ ਇਹ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਹੀ ਉਹਨਾਂ ਵਾਸਤੇ ਬ੍ਰਹਮੇ ਦਾ ਵੇਦ ਹੋਣਾ ਚਾਹੀਦਾ ਹੈ, ਭਾਵ ਉਹ ਹੋਰ ਕਿਸੇ ਧਰਮ ਨੂੰ ਜਾਂ ਧਾਰਮਿਕ ਕਿਤਾਬ ਨੂੰ ਨਾ ਮੰਨਦੇ ਹੋਣ, ਕੇਵਲ ਗੁਰਬਾਣੀ ਤੇ ਹੀ ਟੇਕ ਰੱਖਦੇ ਹੋਣ। ਅਗਲਾ ਹੁਕਮ ਹੈ ਕਿ ਉਹ ਗੁਰਮਤਿ ਧਰਮ ਦ੍ਰਿੜ ਕਰਨ, ਜੈਸਾ ਕਿ ਹੁਕਮ ਹੈ ਧਰਮ ਦ੍ਰਿੜੋ, ਭਾਵ ਗੁਰਮਤਿ ਧਰਮ ਧਾਰਨ ਕਰਨਾ, ਤਿਆਰ ਬਰ ਤਿਆਰ ਖਾਲਸਾ ਸਜਣਾ ਹੈ ਅਤੇ ਸਜੇ ਰਹਿਣਾ ਹੈ। ਗ੍ਰਹਿਸਤੀ ਵਾਸਤੇ ਤੀਜਾ ਹੁਕਮ ਜੋ ਉਸਨੇ ਲਾਜ਼ਮੀ ਮੰਨਣਾ ਹੈ ਉਹ ਹੈ ਪਾਪ ਤਜਾਇਆ, ਭਾਵ ਪਾਪਾਂ ਨੂੰ ਤਜਣਾ, ਤਿਆਗ ਦੇਣਾ। ਇਹਨਾਂ 2 ਪੰਕਤੀਆਂ ਦਾ ਤੱਤ ਸਾਰ ਹੈ ਕਿ ਜਿਸ ਵਿਅਕਤੀ ਨੇ ਅਕਾਲ ਪੁਰਖ ਦੀ ਪ੍ਰਾਪਤੀ ਕਰਨੀ ਹੈ ਉਹ ਇਹ 4 ਕਰਮ ਲਾਜ਼ਮੀ ਕਰੇ। ਧਰਮ ਦ੍ਰਿੜ ਕਰੇ, ਭਾਵ ਅੰਮ੍ਰਿਤ ਛਕੇ, ਗੁਰਮਤਿ ਧਰਮ ਧਾਰਨ ਕਰੇ। ਪ੍ਰਵਿਰਤੀ ਕਰਮ ਕਰੇ, ਭਾਵ ਵਿਆਹ ਕਰਾਵੇ, ਗੁਰਬਾਣੀ ਤੇ ਪੂਰੀ ਟੇਕ ਰੱਖੇ ਅਤੇ ਪਾਪ ਤੋਂ ਪੂਰੀ ਤਰ੍ਹਾਂ ਤੌਬਾ ਕਰ ਲਵੇ। ਜੇ ਕਿਤੇ ਇਹ 4 ਕਰਮ ਹੋ ਜਾਣ ਤਾਂ ਸਿੱਖ ਦਾ ਜੀਵਨ ਜ਼ਰੂਰ ਬਰ ਜ਼ਰੂਰ ਹੀ ਸੁੱਖਾਂ ਵਾਲਾ ਬਣ ਜਾਵੇਗਾ। ਉਸ ਦੇ ਜੀਵਨ ਵਿੱਚੋਂ ਕਲ ਕਲੇਸ਼ ਮਿਟ ਜਾਣਗੇ। ਉਸ ਦਾ ਇਹ ਲੋਕ ਅਤੇ ਪਰਲੋਕ ਦੋਵੇਂ ਸੁਹੇਲੇ ਹੋ ਜਾਣਗੇ। ਇਹ ਪੱਕੀ ਗੱਲ ਹੈ। ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਪਤੀ ਪਤਨੀ ਦਾ ਇੰਨਾ ਪਿਆਰ ਆਪਸ ਵਿੱਚ ਹੋਣਾ ਚਾਹੀਦਾ ਹੈ ਕਿ ਮਾਨੋ ਉਹ ਇੱਕ ਆਤਮਾ ਅਤੇ 2 ਜਿਸਮ ਹੋਣ। ਸੁਣੋ ਜੀ ਇਹ ਗੁਰਵਾਕ। ਮਹੱਲਾ ਤੀਜਾ। ਧਨ ਪਿਰ ਇਹ ਨਾ ਆਖੀਨ, ਬਹਿਨ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ, ਧਨ ਪਿਰ ਕਹੀਐ ਸੋਏ। ਦੇਖੋ ਕੈਸਾ ਉੱਚਾ ਆਦਰਸ਼ ਗੁਰੂ ਸਾਹਿਬ ਨੇ ਸਾਨੂੰ ਸਿੱਖਾਂ ਨੂੰ ਦਿੱਤਾ ਹੈ, ਪਰ ਇਹ ਤਾਂ ਹੀ ਮੁਮਕਿਨ ਹੈ ਜੇ ਦੋਵੇਂ ਪਤੀ ਪਤਨੀ ਇਕੱਠੇ ਅਕਾਲ ਪੁਰਖ ਦੀ ਪ੍ਰਾਪਤੀ ਦੇ ਰਸਤੇ ਤੇ ਪੂਰੇ ਸੀਰੀਅਸ ਹੋ ਕੇ ਤੁਰੇ ਹੋਣ। ਦੋਵੇਂ ਇਕੱਠੇ ਹੀ ਨਾਮ ਜਪਣ ਅਤੇ ਗੁਰਬਾਣੀ ਦਾ ਪਾਠ ਕਰਨ। ਭਾਈ ਜੀਵਨ ਸਿੰਘ ਜੀ ਕਿਹਾ ਕਰਦੇ ਸਨ ਕਿ ਜੋ ਪਤੀ ਪਤਨੀ ਇਕੱਠੇ ਗੁਰਬਾਣੀ ਦਾ ਪਾਠ ਅਤੇ ਸਿਮਰਨ ਕਰਦੇ ਹਨ, ਉਹਨਾਂ ਦਾ ਆਪਸ ਵਿੱਚ ਪਿਆਰ ਬਹੁਤ ਵੱਧ ਜਾਂਦਾ ਹੈ। ਪਤੀ ਉਹ ਹੈ ਜੋ ਇਹ ਸਮਝੇ ਕਿ ਉਸ ਦੀ ਪਤਨੀ ਆਪਣਾ ਸਭ ਕੁਝ, ਮਾਪੇ, ਭੈਣ ਭਰਾ, ਘਰ-ਬਾਰ ਛੱਡ ਕੇ ਉਸ ਪਾਸ ਆਈ ਹੈ। ਇਤਨੀ ਕੁਰਬਾਨੀ ਕਰਕੇ ਉਸ ਪਾਸ ਆਈ ਇਸਤਰੀ ਦੀ ਪੂਰਨ ਹਿਫਾਜ਼ਤ ਕਰਨੀ, ਉਸ ਦੀ ਇੱਜ਼ਤ ਪੱਤ ਦੀ ਰਾਖੀ ਕਰਨੀ, ਉਸ ਦੀ ਸੰਭਾਲ ਕਰਨੀ ਅਤੇ ਉਸ ਨਾਲ ਪਿਆਰ ਕਰਨਾ ਪਤੀ ਦਾ ਪਰਮ ਫਰਜ਼ ਹੈ।
ਪਰ ਜੇ ਪਤੀ ਆਪ ਹੀ ਉਸ ਦਾ ਸਤਿਕਾਰ ਨਾ ਕਰੇ, ਉਸ ਦਾ ਮਾਣ ਨਾ ਰੱਖੇ, ਤਾਂ ਉਹ ਦੂਸਰਿਆਂ ਤੋਂ ਉਸ ਦੀ ਰੱਖਿਆ ਕਿਵੇਂ ਕਰੇਗਾ? ਬਾਹਰ ਗੁਰਸਿੱਖਾਂ ਦਾ ਸਤਿਕਾਰ ਕਰਨਾ ਅਤੇ ਆਪਣੇ ਜੀਵਨ ਸਾਥੀ ਦਾ ਸਤਿਕਾਰ ਨਾ ਕਰਨਾ ਭਲੀ ਗੱਲ ਨਹੀਂ ਹੈ। ਤੁਹਾਡਾ ਜੀਵਨ ਸਾਥੀ ਵੀ ਤਾਂ ਗੁਰਸਿੱਖ ਹੈ, ਉਸ ਦਾ ਸਤਿਕਾਰ ਸਭ ਤੋਂ ਪਹਿਲਾਂ ਤਾਂ ਗੁਰਸਿੱਖ ਹੋਣ ਦੇ ਨਾਤੇ ਹੀ ਸਦਾ ਕਾਇਮ ਰੱਖਣਾ ਚਾਹੀਦਾ ਹੈ। ਪਤਨੀ ਉਹ ਹੈ ਜੋ ਸਮਝੇ ਕਿ ਜਿਸ ਦੀ ਖਾਤਰ ਮੈਂ ਆਪਣਾ ਸਭ ਕੁਝ, ਮਾਪੇ, ਭੈਣ ਭਰਾ, ਘਰ-ਬਾਰ ਛੱਡ ਕੇ ਆਈ ਹਾਂ, ਉਹ ਮੇਰੇ ਵਾਸਤੇ ਇਹਨਾਂ ਸਾਰਿਆਂ ਤੋਂ ਵੱਧ ਕੇ ਹੈ। ਇਹ ਪਤਨੀ ਦਾ ਦੂਜਾ ਜਨਮ ਹੁੰਦਾ ਹੈ। ਜਦੋਂ ਉਹ ਆਪਣਾ ਪਹਿਲਾ ਘਰ-ਬਾਰ ਛੱਡ ਕੇ ਪਤੀ ਪਾਸ ਜਾਂਦੀ ਹੈ, ਉਸ ਦਾ ਪੂਰਾ ਫਰਜ਼ ਹੈ ਕਿ ਪ੍ਰੈਕਟੀਕਲੀ ਉਹ ਆਪਣੇ ਪਤੀ ਨੂੰ ਸਾਰਿਆਂ ਤੋਂ ਵੱਧ ਸਮਝੇ, ਉਸ ਨਾਲ ਜਾਨ ਤੋਂ ਵੱਧ ਪਿਆਰ ਕਰੇ, ਆਪਣੀ ਇੱਜ਼ਤ ਤੋਂ ਵੱਧ ਉਸ ਦੀ ਇੱਜ਼ਤ ਕਰੇ, ਉਸ ਦੀ ਪੂਰੀ ਸੇਵਾ ਸੰਭਾਲ ਕਰੇ ਅਤੇ ਉਸ ਦੀ ਖੈਰ ਮਨਾਵੇ। ਅੱਜ-ਕੱਲ੍ਹ ਫੈਮਿਨਿਜ਼ਮ ਦਾ ਦੌਰ ਐਸਾ ਚੱਲਿਆ ਹੈ ਕਿ ਇਸ ਵਿੱਚ ਸਾਡੀਆਂ ਕਦਰਾਂ ਕੀਮਤਾਂ ਖਤਮ ਹੋ ਰਹੀਆਂ ਹਨ। ਪਤਨੀ ਨੂੰ ਗੁਰਮੁਖ ਪਤੀ ਦੀ ਆਗਿਆ ਵਿੱਚ ਰਹਿਣਾ ਚਾਹੀਦਾ ਹੈ। ਆਨੰਦ ਕਾਰਜ ਤੋਂ ਪਹਿਲਾਂ ਲੜਕੀ ਦਾ ਪੱਲਾ ਸਿੰਘ ਨੂੰ ਫੜਾਇਆ ਜਾਂਦਾ ਹੈ ਅਤੇ ਇਹ ਸ਼ਬਦ ਗਾਵਿਆ ਜਾਂਦਾ ਹੈ। ਸ਼ਲੋਕ ਮਹੱਲਾ 5ਵਾਂ। ਉਸਤਤ ਨਿੰਦਾ ਨਾਨਕ ਜੀ, ਮੈਂ ਹਵ ਵੰਜਾਈ, ਛੋੜਿਆ ਹਵ ਕਿਜ ਤਿਆਗੀ। ਹੱਬੇ ਸਾਕ ਕੁੜਾਵੇ ਡਿੱਠੇ, ਤੋ ਪੱਲੇ ਤੈਂਡੈ ਲਾਗੀ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਿਤਾ ਵੱਲੋਂ ਆਪਣੀ ਲੜਕੀ ਦਾ ਪੱਲਾ ਸਿੰਘ ਦੇ ਹਵਾਲੇ ਕੀਤਾ ਜਾਂਦਾ ਹੈ। ਇਸ ਦਾ ਭਾਵ ਬਹੁਤ ਡੂੰਘਾ ਹੈ। ਪਤਨੀ ਇਸ ਪੱਲੇ ਬੰਨਣ ਵਾਲੇ ਸ਼ਲੋਕ ਤੋਂ ਇਹ ਸਿੱਖਿਆ ਲਵੇ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮੈਂ ਪਤੀ ਦੇ ਲੜ ਲੱਗੀ ਹਾਂ ਅਤੇ ਮੇਰਾ ਪੱਲਾ ਉਸ ਦੇ ਹੱਥ ਫੜਾਇਆ ਗਿਆ ਹੈ ਅਤੇ ਇਹ ਪੱਲਾ ਫੜਾਇਆ ਵੀ ਮੇਰੇ ਆਪਣੇ ਪਿਤਾ ਜੀ ਨੇ ਹੈ, ਜਿਸ ਦਾ ਭਾਵ ਇਹ ਹੈ ਕਿ ਹੁਣ ਮੇਰੇ ਪਿਤਾ ਦਾ ਘਰ ਅਤੇ ਮੇਰਾ ਪੇਕਾ ਪਰਿਵਾਰ ਮੇਰਾ ਨਹੀਂ ਰਿਹਾ, ਬਲਕਿ ਮੇਰਾ ਸਭ ਕੁਝ ਮੇਰਾ ਪਤੀ ਹੈ। ਜਦ ਗੁਰੂ ਸਾਹਿਬ ਨੇ ਮੈਨੂੰ ਮੇਰੇ ਪਤੀ ਨੂੰ ਸੌਂਪ ਦਿੱਤਾ ਹੈ ਤਾਂ ਮੈਂ ਪੂਰੀ ਤਰ੍ਹਾਂ ਹੁਣ ਬਸ ਉਹਨਾਂ ਦੀ ਹਾਂ। ਜੋ ਪਤਨੀ ਇਸ ਭਾਵਨਾ ਨਾਲ ਵਰਤੇਗੀ ਉਹ ਗੁਰੂ ਸਾਹਿਬ ਦੀ ਖੁਸ਼ੀ ਲਵੇਗੀ ਅਤੇ ਜੋ ਨਹੀਂ ਵਰਤੇਗੀ ਉਹ ਦੁਖੀ ਹੋਵੇਗੀ। ਪਤੀ ਨੇ ਇਸ ਸ਼ਲੋਕ ਤੋਂ ਇਹ ਸਿੱਖਿਆ ਲੈਣੀ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਸ ਇਸਤਰੀ ਨੂੰ ਮੇਰੇ ਪੱਲੇ ਬੰਨਿਆ ਗਿਆ ਹੈ, ਇਸ ਕਰਕੇ ਮੈਂ ਆਪਣੇ ਪ੍ਰਾਣਾਂ ਦੀ ਬਲੀ ਦੇ ਕੇ ਵੀ ਇਸ ਦੀ ਰੱਖਿਆ ਅਤੇ ਸਲਾਮਤੀ ਕਰਨੀ ਹੈ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਮੇਰੇ ਪੱਲੇ ਬੰਨੀ ਗਈ ਹੈ, ਸੋ ਇਹ ਮੇਰੀ ਹੈ। ਜਿਵੇਂ ਬੰਦਾ ਆਪਣੀ ਸਭ ਤੋਂ ਕੀਮਤੀ ਚੀਜ਼ ਦੀ ਦੇਖਭਾਲ ਕਰਦਾ ਹੈ, ਉਵੇਂ ਆਪਣੀ ਪਤਨੀ ਦੀ ਕਰਨੀ ਚਾਹੀਦੀ ਹੈ। ਪਤਨੀ ਲਾਵਾਂ ਵੇਲੇ ਪਤੀ ਦੇ ਪਿੱਛੇ ਤੁਰਦੀ ਹੈ। ਇਸ ਦਾ ਅੰਤਰੀਵੀ ਭਾਵ ਇਹੋ ਹੈ ਕਿ ਪਤਨੀ ਨੇ ਸਾਰੀ ਜ਼ਿੰਦਗੀ ਆਪਣੇ ਪਤੀ ਦੀ ਅਗਵਾਈ ਵਿੱਚ ਤੁਰਨਾ ਹੈ। ਇੱਕ ਘਰ ਵਿੱਚ ਦੋ ਲੀਡਰ ਨਹੀਂ ਹੋ ਸਕਦੇ। ਪਤੀ ਗ੍ਰਹਿਣੀ ਹੈ ਅਤੇ ਘਰ ਵਿੱਚ ਉਸ ਦਾ ਰਾਜ ਹੋਣਾ ਚਾਹੀਦਾ ਹੈ, ਪਰ ਓਵਰਆਲ ਜ਼ਿੰਦਗੀ ਦੀ ਡਾਇਰੈਕਸ਼ਨ ਜਾਂ ਦਿਸ਼ਾ ਪਤੀ ਨੇ ਸੈੱਟ ਕਰਨੀ ਹੁੰਦੀ ਹੈ। ਜ਼ਿੰਦਗੀ ਦੀ ਦਿਸ਼ਾ ਵਿੱਚ ਪਤੀ ਅਗਵਾਈ ਕਰੇ, ਪਰ ਉਹ ਇਸ ਦੇ ਕਾਬਿਲ ਹੋਵੇ ਅਤੇ ਘਰ ਵਿੱਚ ਪਤਨੀ ਦੀ ਸਰਦਾਰੀ ਚਾਹੀਦੀ ਹੈ ਕਿ ਕੈਸਾ ਘਰ ਲੈਣਾ ਹੈ, ਕੈਸੇ ਕਮਰੇ ਹੋਣ ਅਤੇ ਰਸੋਈ ਹੋਵੇ, ਕੈਸਾ ਫਰਨੀਚਰ ਰੱਖਣਾ ਹੈ, ਕੈਸੀ ਸਜਾਵਟ ਕਰਨੀ ਹੈ ਅਤੇ ਹੋਰ ਸਾਰੇ ਘਰ ਨਾਲ ਸੰਬੰਧਿਤ ਮਸਲੇ ਪਤਨੀ ਦੇ ਅਖਤਿਆਰ ਵਿੱਚ ਹੀ ਹੋਣੇ ਚਾਹੀਦੇ ਹਨ। ਸਿੰਘ ਪਤੀ ਚੰਗੇ ਨਹੀਂ ਲੱਗਦੇ ਜਦੋਂ ਲੂਣ, ਮਿਰਚ, ਬੂਹੇ ਬਾਰੀਆਂ ਅਤੇ ਪਰਦਿਆਂ ਆਦਿ ਵਿੱਚ ਦਖਲ ਅੰਦਾਜ਼ੀ ਕਰਦੇ ਹਨ ਅਤੇ ਇਹਨਾਂ ਗੱਲਾਂ ਪਿੱਛੇ ਝਗੜੇ ਕਰਦੇ ਹਨ। ਗ੍ਰਹਿ ਦੇ ਮਾਮਲੇ ਵਿੱਚ ਗ੍ਰਹਿਣੀ ਦੀ ਹੀ ਚੱਲਣੀ ਚਾਹੀਦੀ ਹੈ ਅਤੇ ਪਤੀ ਨੂੰ ਸੀਮਤ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ। ਲਾਵਾਂ ਦੇ ਦੌਰਾਨ ਪਤੀ ਅੱਗੇ ਹੁੰਦਾ ਹੈ ਅਤੇ ਪਤਨੀ ਉਸ ਦੇ ਮਗਰ ਤੁਰਦੀ ਹੈ। ਇਸ ਤੋਂ ਸਿੰਘ ਨੇ ਇਹ ਸਿੱਖਿਆ ਲੈਣੀ ਹੈ ਕਿ ਮੈਂ ਆਪਣੀ ਪਤਨੀ ਨੂੰ ਮਾੜੇ ਚੰਗੇ ਸਮੇਂ ਵਿੱਚ ਲੀਡ ਕਰਨਾ ਹੈ ਅਤੇ ਲੀਡ ਕਰਨ ਲਈ ਮੈਨੂੰ ਇਸ ਕਾਬਿਲ ਬਣਨਾ ਪੈਣਾ ਹੈ ਕਿ ਮੈਂ ਅਗਵਾਈ ਕਰ ਸਕਾਂ। ਖਾਸ ਕਰਕੇ ਧਾਰਮਿਕ ਖੇਤਰ ਵਿੱਚ ਸਿੰਘ ਨੇ ਉੱਚ ਕਰਨੀ ਦਾ ਨਮੂਨਾ ਪੇਸ਼ ਕਰਨਾ ਹੈ। ਆਪਣੀ ਪਤਨੀ ਨੂੰ ਘਰ-ਬਾਰ, ਲੀੜਾ ਕੱਪੜਾ, ਪ੍ਰਸ਼ਾਦਾ ਆਦਿ ਮੁਹੱਈਆ ਕਰਨਾ ਉਸ ਦਾ ਫਰਜ਼ ਹੈ। ਘਰ ਦਾ ਸਾਰਾ ਖਰਚਾ ਉਸਨੇ ਕਰਨਾ ਹੈ। ਜਿਹੜੇ ਬੰਦੇ ਘਰ ਦਾ ਖਰਚਾ ਚਲਾਉਣ ਲਈ ਆਪਣੀ ਪਤਨੀ ਵੱਲ ਦੇਖਦੇ ਹਨ ਕਿ ਉਹ ਮਰਦਾਂ ਵਾਂਗ ਕੰਮ ਕਰੇ, ਉਹ ਮਰਦਾਂ ਵਾਲਾ ਕੰਮ ਨਹੀਂ ਕਰਦੇ। ਸਹਿਜ ਸੁਭਾਏ ਜਾਂ ਕਿਤੇ ਜੇ ਬਹੁਤੀ ਲੋੜ ਪੈ ਜਾਵੇ ਤਾਂ ਪਤਨੀ ਬੇਸ਼ੱਕ ਕੰਮ ਕਰ ਲਵੇ, ਪਰ ਪਤੀ ਨੂੰ ਇਹ ਤਵੱਕੋਂ ਜਾਂ ਆਸ ਨਹੀਂ ਰੱਖਣੀ ਚਾਹੀਦੀ ਕਿ ਇਹ ਕੰਮ ਕਰੂਗੀ ਤਾਂ ਹੀ ਘਰ ਦਾ ਖਰਚਾ ਚੱਲਣਾ ਹੈ। ਜਦੋਂ ਪਤਨੀਆਂ ਬਾਹਰ ਕੰਮ ਕਰਦੀਆਂ ਨੇ ਤਾਂ ਠੀਕ ਹੈ ਕਿ ਪੈਸਾ ਤਾਂ ਵਾਧੂ ਬਣ ਜਾਂਦਾ, ਪਰ ਘਰ ਗ੍ਰਹਿਸਥੀ ਦਾ ਕੁਝ ਨੁਕਸਾਨ ਜ਼ਰੂਰ ਹੁੰਦਾ ਹੈ। ਜੇ ਮਾਂ ਬਾਹਰ ਕੰਮ ਕਰੇਗੀ ਤਾਂ ਉਹ ਆਪਣੀ ਮਮਤਾ ਦੀ ਬਲੀ ਦੇ ਕੇ ਹੀ ਕੰਮ ਕਰੇਗੀ। ਅਜਿਹੀਆਂ ਔਲਾਦਾਂ ਜਿਨ੍ਹਾਂ ਦੀਆਂ ਮਾਵਾਂ ਉਹਨਾਂ ਦੀ ਦੇਖਭਾਲ ਨਹੀਂ ਕਰ ਪਾਉਂਦੀਆਂ ਰੁਲ ਜਾਂਦੀਆਂ ਹਨ। ਬੱਚੇ ਅਕਸਰ ਵਿਗੜ ਜਾਂਦੇ ਹਨ। ਪੈਸੇ ਬਣ ਜਾਂਦੇ ਹਨ
ਵੱਡੇ ਘਰ ਵੀ ਮਿਲ ਜਾਂਦੇ ਹਨ, ਕਾਰਾਂ ਵੀ ਆ ਜਾਂਦੀਆਂ ਹਨ, ਪਰ ਬੱਚੇ ਅਕਸਰ ਵਿਗੜ ਜਾਂਦੇ ਹਨ। ਬੱਚੇ ਦੀ ਸੇਵਾ ਸੰਭਾਲ ਜੋ ਇੱਕ ਮਾਂ ਕਰ ਸਕਦੀ ਹੈ, ਉਹ ਬੇਬੀ ਸਿਟਰ ਜਾਂ ਨੌਕਰਾਣੀਆਂ ਨਹੀਂ ਕਰ ਸਕਦੀਆਂ। ਬੱਚਿਆਂ ਦੀ ਭਲਾਈ ਅਤੇ ਉੱਜਲ ਭਵਿੱਖ ਇਸ ਗੱਲ ਵਿੱਚ ਹੈ ਜੇ ਉਹਨਾਂ ਦੀ ਦੇਖਭਾਲ ਮਾਂ ਘਰ ਰਹਿ ਕੇ ਕਰੇ। ਪਤਨੀ ਜੇ ਆਪਣੇ ਪਤੀ ਨੂੰ ਪਿਆਰ ਕਰਦੀ ਹੈ ਤਾਂ ਉਸ ਦਾ ਪਿਆਰ ਤਾਂ ਅਸਲੀ ਹੈ ਜੇ ਉਹ ਆਪਣੇ ਪਤੀ ਦੇ ਪਰਿਵਾਰ ਨਾਲ ਵੀ ਪਤੀ ਵਾਂਗ ਹੀ ਪਿਆਰ ਕਰੇ। ਜੇ ਪਤੀ ਦਾ ਆਪਣੀ ਮਾਂ ਨਾਲ ਪਿਆਰ ਹੈ ਤਾਂ ਪਤਨੀ ਦਾ ਆਪਣੇ ਪਤੀ ਦੀ ਮਾਂ ਨਾਲ ਕਿਉਂ ਪਿਆਰ ਨਹੀਂ ਚਾਹੀਦਾ? ਅੱਜ ਕੱਲ੍ਹ ਦੀਆਂ ਕੁੜੀਆਂ ਆਪਣੀਆਂ ਸੱਸਾਂ ਦੀ ਇੱਜ਼ਤ ਨਹੀਂ ਕਰਦੀਆਂ, ਜਿਸ ਕਾਰਨ ਘਰ ਵਿੱਚ ਕਲੇਸ਼ ਪੈ ਜਾਂਦਾ ਹੈ। ਪਤਨੀ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਕਿਵੇਂ ਜਾਇਜ਼ ਹੈ ਕਿ ਉਸ ਦਾ ਪਤੀ ਆਪਣੀ ਮਾਂ ਜਾਂ ਭੈਣਾਂ ਜਾਂ ਭਰਾਵਾਂ ਨੂੰ ਉਸ ਪਿੱਛੇ ਛੱਡ ਹੀ ਦੇਵੇ ਜਾਂ ਨੰਬਰ 2 ਤੇ ਰੱਖੇ ਜਾਂ ਮਾੜਾ ਸਲੂਕ ਕਰੇ। ਜੋ ਪਤਨੀਆਂ ਇਹ ਸੋਚਦੀਆਂ ਹਨ ਕਿ ਪਤੀ ਨੂੰ ਲੈ ਕੇ ਮਾਪਿਆਂ ਤੋਂ ਅੱਡ ਹੋ ਜਾਣਾ ਹੈ, ਉਹ ਗੁਰਮਤਿ ਅਨੁਸਾਰ ਨਹੀਂ ਕਰਦੀਆਂ। ਉਹ ਯਾਦ ਰੱਖਣ ਕਿ ਉਹਨਾਂ ਦੇ ਬੱਚੇ ਵੀ ਉਹਨਾਂ ਨਾਲ ਇਵੇਂ ਹੀ ਕਰਨਗੇ, ਸੋ ਇਕੱਠੇ ਰਹਿਣਾ ਚਾਹੀਦਾ ਹੈ। ਪਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੇਰੀ ਪਤਨੀ ਦਾ ਵੀ ਦਿਲ ਕਰਦਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਗੱਲ ਕਰੇ ਜਾਂ ਉਹਨਾਂ ਨਾਲ ਸੰਬੰਧ ਰੱਖੇ। ਕਈ ਪਤੀ ਬਿਨਾਂ ਵਜ੍ਹਾ ਹੀ ਪਤਨੀ ਤੇ ਆਪਣੀ ਮਾਂ ਜਾਂ ਭੈਣਾਂ ਆਦਿ ਨਾਲ ਗੱਲ ਕਰਨ ਤੇ ਰੋਕ ਲਾਉਂਦੇ ਹਨ। ਜਿਵੇਂ ਉਹ ਆਪਣੇ ਪਰਿਵਾਰ ਨਾਲ ਪਿਆਰ ਰੱਖਣਾ ਪਸੰਦ ਕਰਦਾ ਹੈ, ਉਸ ਦੀ ਪਤਨੀ ਦਾ ਵੀ ਆਪਣੇ ਪਿਛਲੇ ਪਰਿਵਾਰ ਨਾਲ ਪਿਆਰ ਰੱਖਣ ਨੂੰ ਦਿਲ ਕਰਦਾ ਹੈ। ਜੇ ਆਪਣੀ ਪਤਨੀ ਨਾਲ ਪਿਆਰ ਹੈ ਅਤੇ ਉਸ ਦੀ ਇੱਜ਼ਤ ਮਨ ਵਿੱਚ ਹੈ ਤਾਂ ਉਸ ਦੇ ਪੇਕੇ ਪਰਿਵਾਰ ਵਾਸਤੇ ਵੀ ਚਾਹੀਦੀ ਹੈ। ਜੋ ਪਤੀ ਆਪਣੇ ਸਹੁਰਿਆਂ ਨਾਲ ਐਵੇਂ ਲੱਗਦੇ ਰਹਿੰਦੇ ਹਨ, ਉਹਨਾਂ ਦੀ ਗ੍ਰਸਤੀ ਵਿੱਚ ਕਲੇਸ਼ ਦਾ ਬੀਜ ਬੀਜਿਆ ਜਾਂਦਾ ਹੈ। ਇੱਕ ਦੂਜੇ ਦੀਆਂ ਖਾਮੀਆਂ ਅਤੇ ਕਮੀਆਂ ਨਹੀਂ ਵਿਚਾਰਨੀਆਂ ਚਾਹੀਦੀਆਂ। ਕੋਈ ਪਰਫੈਕਟ ਨਹੀਂ ਹੁੰਦਾ ਅਤੇ ਹਰੇਕ ਵਿੱਚ ਕਮੀਆਂ ਹੁੰਦੀਆਂ ਹਨ। ਕੁਝ ਕਮੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ, ਪਰ ਕੁਝ ਦੂਰ ਨਹੀਂ ਹੋ ਸਕਦੀਆਂ। ਜੇ ਆਪਾਂ ਨੂੰ ਪਤਾ ਹੈ ਕਿ ਕੁਝ ਅਜਿਹੀਆਂ ਕਮੀਆਂ ਹਨ ਜੋ ਇਨਸਾਨ ਚਾਹੁੰਦਾ ਹੋਇਆ ਵੀ ਦੂਰ ਨਹੀਂ ਕਰ ਸਕਦਾ, ਤਾਂ ਅਜਿਹੀਆਂ ਕਮੀਆਂ ਨੂੰ ਲੈ ਕੇ ਨਿੱਤ ਝਗੜਾ ਕਰਨਾ ਸਿਆਣੀ ਗੱਲ ਨਹੀਂ ਹੈ। ਸਾਡੇ ਵਿੱਚ ਵੀ ਕਮੀਆਂ ਹਨ, ਪਰ ਅਸੀਂ ਆਸ ਰੱਖਦੇ ਹਾਂ ਕਿ ਸਾਡਾ ਜੀਵਨ ਸਾਥੀ ਇਹਨਾਂ ਕਮੀਆਂ ਨੂੰ ਨਾ ਚਿਤਾਰੇ। ਜੇ ਅਸੀਂ ਆਪਣੇ ਜੀਵਨ ਸਾਥੀ ਦੀਆਂ ਗੱਲਾਂ ਚਿਤਾਰਾਂਗੇ ਤਾਂ ਉਹ ਵੀ ਸਾਡੀਆਂ ਖਾਮੀਆਂ ਚਿਤਾਰੇਗਾ। ਸੋ ਫਰਾਖ ਦਿਲੀ ਰੱਖਦੇ ਹੋਏ ਆਪਣੇ ਜੀਵਨ ਸਾਥੀ ਦੀਆਂ ਕਮੀਆਂ ਨੂੰ ਚਿਤਾਰਨਾ ਨਹੀਂ ਚਾਹੀਦਾ, ਸਗੋਂ ਉਸਾਰੂ ਤਰੀਕੇ ਨਾਲ ਉਸ ਦੀ ਮਦਦ ਕਰੋ ਕਿ ਉਹ ਆਪਣੀਆਂ ਕਮੀਆਂ ਨੂੰ ਦੂਰ ਕਰ ਸਕੇ, ਪਰ ਝਗੜਾ ਨਾ ਕਰੋ ਅਤੇ ਇਹਨਾਂ ਨੂੰ ਚਿਤਾਰੋ ਨਾ। ਆਪਣੇ ਪਤੀ ਦੀ, ਘਰ ਗ੍ਰਹਿਸਥੀ ਦੀ, ਆਪਣੇ ਸਹੁਰਿਆਂ ਦੀ ਗੱਲ ਹਰਗਿਜ਼ ਵੀ ਬਾਹਰ ਨਹੀਂ ਕਰਨੀ ਚਾਹੀਦੀ। ਕਈ ਇਸਤਰੀਆਂ ਤਾਂ ਇੰਨੀਆਂ ਲਾਪਰਵਾਹ ਹੁੰਦੀਆਂ ਹਨ ਕਿ ਪਤੀ ਦੀ ਆਮ ਗੱਲ ਤਾਂ ਇੱਕ ਪਾਸੇ, ਉਹ ਤਾਂ ਅੰਦਰਲੀਆਂ ਬੈੱਡਰੂਮ ਦੀਆਂ ਗੱਲਾਂ ਵੀ ਹੋਰਨਾਂ ਨਾਲ ਕਰਨ ਤੋਂ ਸੰਗਦੀਆਂ ਨਹੀਂ। ਇਹ ਬਹੁਤ ਹੀ ਮਾੜੀ ਗੱਲ ਹੈ ਅਤੇ ਬੇਵਫਾਈ ਦੇ ਤੁਲ ਹੈ। ਇਹ ਧੋਖਾ ਦੇਣ ਵਾਲੀ ਗੱਲ ਹੈ। ਜੋ ਪਤਨੀ ਆਪਣੇ ਪਤੀ ਦੀਆਂ ਜਾਂ ਸਹੁਰੇ ਪਰਿਵਾਰ ਦੀਆਂ ਗੱਲਾਂ ਬਾਹਰ ਕਰਦੀਆਂ ਹਨ, ਉਹਨਾਂ ਦੇ ਘਰੇ ਜ਼ਰੂਰ ਕਲੇਸ਼ ਪਿਆ ਰਹਿੰਦਾ ਹੈ। ਇੱਥੋਂ ਤੱਕ ਕਿ ਆਪਣੀ ਮਾਂ ਨਾਲ ਅਤੇ ਭੈਣਾਂ ਨਾਲ ਵੀ ਆਪਣੇ ਪਤੀ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਪਤੀ ਦਾ ਰੁਤਬਾ ਇਸਤਰੀ ਵਾਸਤੇ ਸਭ ਤੋਂ ਉੱਪਰ ਚਾਹੀਦਾ ਹੈ। ਇੱਕ ਗਲਤੀ ਜੋ ਅਕਸਰ ਲੰਬੇ ਸਮੇਂ ਤੋਂ ਵਿਆਹੇ ਜੋੜੇ ਕਰਦੇ ਹਨ, ਉਹ ਹੈ ਇੱਕ ਦੂਜੇ ਨੂੰ ਫਾਰ ਗ੍ਰੈਂਟਡ ਲੈਣਾ। ਜਦੋਂ ਆਪਾਂ ਕਿਸੇ ਨੂੰ ਲੰਬੇ ਸਮੇਂ ਲਈ ਜਾਣਦੇ ਹੁੰਦੇ ਹਾਂ ਤਾਂ ਆਪਾਂ ਉਸ ਨੂੰ ਆਮ ਹੀ ਸਮਝਣ ਲੱਗ ਜਾਂਦੇ ਹਾਂ। ਜੋ ਉਦਮ ਅਤੇ ਜੋ ਪਿਆਰ ਭਰੀ ਸੇਵਾ ਉਹ ਸਾਡੀ ਕਰਦੀ ਹੈ, ਉਸ ਨੂੰ ਅਸੀਂ ਐਪਰੀਸ਼ੀਏਟ ਨਹੀਂ ਕਰਦੇ। ਸਾਨੂੰ ਚਾਹੀਦਾ ਹੈ ਕਿ ਜਦੋਂ ਸਾਨੂੰ ਵਧੀਆ ਭੋਜਨ ਸਮੇਂ ਸਿਰ ਮਿਲਦਾ ਹੈ ਤਾਂ ਅਕਾਲ ਪੁਰਖ ਦਾ ਸ਼ੁਕਰ ਕਰਦੇ ਹੋਏ ਮਨ ਵਿੱਚ ਆਪਣੇ ਜੀਵਨ ਸਾਥੀ ਲਈ ਵੀ ਸੋਚੀਏ ਅਤੇ ਐਪਰੀਸ਼ੀਏਟ ਕਰੀਏ। ਕਦੇ-ਕਦੇ ਉਸ ਦੇ ਸਨਮੁਖ ਵੀ 2 ਬੋਲ ਪਿਆਰ ਭਰੇ ਬੋਲ ਕੇ ਉਸ ਦੀ ਪਿਆਰ ਭਰੀ ਖਿਦਮਤ ਨੂੰ ਐਕਨੋਲੇਜ ਕਰਨਾ ਚਾਹੀਦਾ ਹੈ। ਤੁਸੀਂ ਹੈਰਾਨ ਹੋ ਜਾਵੋਗੇ ਕਿ ਜੇ ਤੁਸੀਂ ਇਸ ਤਰ੍ਹਾਂ ਕਰਨ ਲੱਗ ਜਾਵੋਗੇ ਤਾਂ ਤੁਹਾਡੇ ਘਰ ਵਿੱਚ ਬਹੁਤ ਪਿਆਰ ਅਤੇ ਖਲੂਸ ਵਾਲਾ ਮਾਹੌਲ ਬਣ ਜਾਵੇਗਾ। ਗੁਰਮਤਿ ਦਾ ਇੱਕ ਬੜਾ ਅਟੱਲ ਸਿਧਾਂਤ ਹੈ ਕਿ ਕਿਸੇ ਵੀ ਰਿਸ਼ਤੇ ਵਿੱਚ ਜੇ ਕੋਈ ਤੀਜਾ ਆ ਜਾਵੇ ਤਾਂ ਉਹ ਰਿਸ਼ਤਾ ਕਮਜ਼ੋਰ ਪੈ ਜਾਂਦਾ ਹੈ। ਪਤੀ ਪਤਨੀ ਦੇ ਰਿਸ਼ਤੇ ਬਾਰੇ ਗੁਰਬਾਣੀ ਵਿੱਚ ਫਰਮਾਨ ਹੈ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮਹਿ ਸੋ ਕੰਤ ਨਾਰ ਹਮ ਸੋਈ। ਇਸ ਗੁਰਵਾਕ ਦਾ ਭਾਵ ਹੈ ਕਿ ਕੰਤ ਅਤੇ ਨਾਰ ਭਾਵ ਪਤੀ ਪਤਨੀ ਵਿੱਚ ਕੋਈ ਹੋਰ ਵਿਅਕਤੀ ਨਹੀਂ ਹੋਣਾ ਚਾਹੀਦਾ, ਭਾਵੇਂ ਉਹ ਦੋਸਤ ਹੋਵੇ, ਮਾਂ ਹੋਵੇ, ਪਿਤਾ ਹੋਵੇ ਜਾਂ ਭੈਣ ਭਰਾ ਹੋਵੇ। ਜਦੋਂ ਤੁਸੀਂ ਆਪਣੇ ਜੀਵਨ ਸਾਥੀ ਬਾਰੇ ਕਿਸੇ ਬਾਹਰਲੇ ਵਿਅਕਤੀ ਤੋਂ ਸਲਾਹ ਲਵੋਗੇ ਤਾਂ ਤੁਹਾਨੂੰ ਸਹੀ ਸਲਾਹ ਨਹੀਂ ਮਿਲ ਸਕਦੀ, ਕਿਉਂਕਿ ਕੋਈ ਵੀ ਹੋਰ ਇਨਸਾਨ ਤੁਹਾਡੇ ਘਰ ਦੀ ਸਥਿਤੀ ਬਾਰੇ ਪੂਰੀ ਤਰ੍ਹਾਂ ਜਾਣੂ ਨਹੀਂ ਹੋ ਸਕਦਾ। ਜੇ ਤੁਸੀਂ ਕਦੇ ਆਪਣੇ ਜੀਵਨ ਸਾਥੀ ਬਾਰੇ ਕੋਈ ਨੈਗੇਟਿਵ ਗੱਲ ਕਰੋਗੇ ਤਾਂ ਉਹ ਵਿਅਕਤੀ ਅੱਗੋਂ ਤੁਹਾਡੀ ਹਿਮਾਇਤ ਕਰਨ ਲਈ ਤੁਹਾਡੇ ਜੀਵਨ ਸਾਥੀ ਦੇ ਖਿਲਾਫ
ਹੋਰ ਬਚਨ ਬੋਲੇਗਾ ਜਿਸ ਨਾਲ ਤੁਹਾਡੇ ਤੇ ਮਾੜਾ ਅਸਰ ਹੋਊਗਾ, ਅਤੇ ਇਸ ਤਰ੍ਹਾਂ ਕਰਦੇ ਕਰਦੇ ਤੁਹਾਨੂੰ ਪਤਾ ਨਹੀਂ ਲੱਗਣਾ ਕਦੋਂ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦਰਮਿਆਨ ਦੂਰੀਆਂ ਵਧਣ ਲੱਗ ਜਾਣਗੀਆਂ, ਅਤੇ ਕਦੇ-ਕਦੇ ਇਹ ਦੂਰੀਆਂ ਜੁਦਾਈ ਵਿੱਚ ਬਦਲ ਜਾਂਦੀਆਂ ਹਨ। ਸੋ ਪਤੀ ਪਤਨੀ ਦੇ ਰਿਸ਼ਤੇ ਵਿੱਚ ਕਦੇ ਕੋਈ ਬਾਹਰਲਾ ਵਿਅਕਤੀ ਨਹੀਂ ਆਉਣਾ ਚਾਹੀਦਾ। ਜੇ ਕਦੇ ਤੁਹਾਡਾ ਜੀਵਨ ਸਾਥੀ ਰੁੱਸ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ? ਜਦੋਂ ਤੱਕ ਸੁਲਾਹ ਨਾ ਹੋ ਜਾਵੇ ਚੈਨ ਨਹੀਂ ਲੈਣਾ ਚਾਹੀਦਾ, ਅਤੇ ਉੱਤਮ ਗੱਲ ਇਹ ਹੈ ਕਿ ਅਗਲਾ ਦਿਨ ਨਹੀਂ ਪੈਣ ਦੇਣਾ ਚਾਹੀਦਾ। ਬਾਣੀ ਵਿੱਚ ਰੁੱਸ ਕੇ ਪਾਸਾ ਪਲਟ ਕੇ ਪਏ ਹੋਏ ਪਤੀ ਨੂੰ ਪਤਨੀ ਫਰਿਆਦ ਕਰਦੀ ਦਿਖਾਈ ਗਈ ਹੈ ਕਿ ਹੇ ਪਿਆਰੇ, ਤੇਰੀ ਕਰਵਟ ਨਾਲੋਂ ਕਰਵਤ ਭਲਾ ਹੈ। ਸੁਣੋ ਜੀ ਇਹ ਗੁਰਵਾਕ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਨ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਰਹਾਉ। ਕਰਵਟ ਦਾ ਭਾਵ ਹੈ ਦੂਜੇ ਪਾਸੇ ਮੂੰਹ ਕਰਕੇ ਪੈਣਾ, ਅਤੇ ਕਰਵਤ ਦਾ ਭਾਵ ਹੈ ਆਰਾ। ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੇਰੀ ਕਰਵਟ ਨਾਲੋਂ ਮੇਰੇ ਵਾਸਤੇ ਸਿਰ ਤੇ ਆਰਾ ਭਲਾ ਹੈ। ਮੇਰੇ ਗਲੇ ਲੱਗ ਕੇ ਮੇਰੀ ਬੇਨਤੀ ਸੁਣ, ਮੈਂ ਕੁਰਬਾਨ ਹਾਂ, ਇੱਕ ਵਾਰੀ ਮੇਰੇ ਵੱਲ ਮੂੰਹ ਤਾਂ ਫੇਰ। ਮੇਰੇ ਵੱਲੋਂ ਕਰਵਟ ਕਰਕੇ ਕਿਉਂ ਮੈਨੂੰ ਮਾਰ ਰਿਹਾ ਹੈ? ਦੇਖੋ ਕੈਸਾ ਅਨੂਪਮ ਪਿਆਰ ਦਿਖਾਇਆ ਗਿਆ ਹੈ ਪਤਨੀ ਦਾ ਆਪਣੇ ਪਤੀ ਵਾਸਤੇ। ਭਾਵੇਂ ਇਸ ਮਿਸਾਲ ਦੀ ਵਰਤੋਂ ਅਕਾਲ ਪੁਰਖ ਨੂੰ ਮਨਾਉਣ ਲਈ ਕੀਤੀ ਗਈ ਹੈ, ਪਰ ਜਿਸ ਮਿਸਾਲ ਦੀ ਵਰਤੋਂ ਕੀਤੀ ਗਈ ਹੈ ਉਹ ਵੀ ਤਾਂ ਸੱਚ ਹੈ ਨਾ। ਇਸ ਸ਼ਬਦ ਵਿੱਚ ਕੇਵਲ ਪਤਨੀਆਂ ਵਾਸਤੇ ਹੀ ਉਪਦੇਸ਼ ਨਹੀਂ ਹੈ, ਬਲਕਿ ਪਤੀਆਂ ਵਾਸਤੇ ਵੀ ਹੈ। ਗੁਰਬਾਣੀ ਦੇ ਉਪਦੇਸ਼ ਸਾਂਝੇ ਹੁੰਦੇ ਹਨ। ਆਪਸ ਵਿੱਚ ਇੰਨਾ ਪਿਆਰ ਹੋਣਾ ਚਾਹੀਦਾ ਹੈ ਕਿ ਕਦੇ ਆਪਣੇ ਜੀਵਨ ਸਾਥੀ ਨੂੰ ਰੁੱਸੇ ਨਹੀਂ ਰਹਿਣ ਦੇਣਾ ਚਾਹੀਦਾ। ਹਉਮੈ ਨਹੀਂ ਚਾਹੀਦੀ। ਹਉਮੈ ਪਿਆਰ ਦਾ ਕਤਲ ਕਰ ਦਿੰਦੀ ਹੈ। ਹਉਮੈ, ਗਰੂਰ, ਹੰਕਾਰ ਆਦਿ ਪਿਆਰ ਮੁਹੱਬਤ ਨੂੰ ਖਤਮ ਕਰ ਦਿੰਦੇ ਹਨ। ਸੰਤੋਖ ਰੱਖਣਾ ਪਰਮ ਲਾਜ਼ਮੀ ਹੈ। ਖੁਦ ਗਰਜ਼ ਕਿਸਮ ਦੇ ਲੋਕ ਕੇਵਲ ਸੁੱਖ ਦੇ ਸਾਥੀ ਹੁੰਦੇ ਹਨ ਅਤੇ ਦੁੱਖ ਵੇਲੇ ਛੱਡ ਜਾਂਦੇ ਹਨ। ਇਦਾਂ ਨਹੀਂ ਕਰਨਾ ਚਾਹੀਦਾ। ਪਤਨੀ ਨੂੰ ਚਾਹੀਦਾ ਹੈ ਕਿ ਦੁੱਖ ਦੇ ਸਮੇਂ ਵੀ, ਗਰੀਬੀ ਵਿੱਚ ਵੀ ਪਤੀ ਨਾਲ ਖੁਸ਼ ਰਹਿਣਾ ਚਾਹੀਦਾ ਹੈ। ਇਸ ਬਾਰੇ ਗੁਰਬਾਣੀ ਵਿੱਚ ਬਹੁਤ ਖੂਬ ਹੁਕਮ ਹੈ, ਜੋ ਕਿ ਇਸ ਪ੍ਰਕਾਰ ਹੈ। ਰੂਖੋ ਭੋਜਨ ਭੂਮ ਸੈਨ, ਸਖੀ ਪ੍ਰਿਆ ਸੰਗ ਸੂਖ ਬਿਹਾਤ। ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਰੁੱਖਾ ਭੋਜਨ ਖਾਣਾ ਪੈਂਦਾ ਹੋਵੇ ਅਤੇ ਭੁੰਜੇ ਸੌਣਾ ਪੈਂਦਾ ਹੋਵੇ, ਤਾਂ ਵੀ ਜੇ ਪਿਆਰਾ ਪਤੀ ਨਾਲ ਹੋਵੇ ਤਾਂ ਜ਼ਿੰਦਗੀ ਸੁੱਖ ਵਿੱਚ ਲੰਘਦੀ ਹੈ। ਇਹ ਤਾਂ ਹੀ ਮੁਮਕਨ ਹੈ ਜੇ ਪਤੀ ਪਤਨੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹੋਣ। ਜਦ ਦੋਹਾਂ ਦਾ ਨਿਸ਼ਾਨਾ ਅਕਾਲ ਪੁਰਖ ਦੀ ਬੰਦਗੀ ਕਰਨਾ ਹੋਵੇ ਅਤੇ ਇਹ ਕਾਰਜ ਜੇ ਹੋ ਰਿਹਾ ਹੋਵੇ ਤਾਂ ਆਪਸ ਵਿੱਚ ਕਿਵੇਂ ਪਿਆਰ ਨਹੀਂ ਹੋਵੇਗਾ। ਜਿਵੇਂ ਬੂਟੇ ਨੂੰ ਹਰਿਆ ਰੱਖਣ ਲਈ ਪਾਣੀ ਅਤੇ ਖਾਦ ਪਾਉਂਦੇ ਰਹਿਣਾ ਚਾਹੀਦਾ ਹੈ, ਉਵੇਂ ਹੀ ਰਿਸ਼ਤੇ ਨੂੰ ਹਰਿਆ ਅਤੇ ਫਰੈਸ਼ ਰੱਖਣ ਲਈ ਉਦਮ ਕਰਦੇ ਰਹਿਣਾ ਚਾਹੀਦਾ ਹੈ। ਜੇ ਸਰੀਰ ਵਿੱਚ ਖੂਨ ਦੀ ਗਰਦਿਸ਼ ਬੰਦ ਹੋ ਜਾਵੇ ਤਾਂ ਸਰੀਰ ਕਾਇਮ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਹੀ ਜੇ ਕਿਸੇ ਰਿਸ਼ਤੇ ਵਿੱਚ ਕਮਿਊਨੀਕੇਸ਼ਨ ਜਾਂ ਗੱਲਬਾਤ ਬੰਦ ਹੋ ਜਾਵੇ ਤਾਂ ਉਹ ਰਿਸ਼ਤਾ ਮੁਰਝਾਉਣ ਲੱਗ ਜਾਂਦਾ ਹੈ। ਜੀਵਨ ਸਾਥੀਆਂ ਨੂੰ ਇੱਕ ਦੂਜੇ ਨਾਲ ਸਦਾ ਹੀ ਗੁਫ਼ਤਗੂ ਦਾ ਰਾਹ ਖੁੱਲ੍ਹਾ ਰੱਖਣਾ ਚਾਹੀਦਾ ਹੈ। ਹਰ ਰੋਜ਼ ਕੁਝ ਸਮਾਂ, ਭਾਵੇਂ 15 ਮਿੰਟ ਹੀ ਸਹੀ, ਪੂਰੀ ਤਰ੍ਹਾਂ ਫ੍ਰੀ ਹੋ ਕੇ ਜੀਵਨ ਸਾਥੀ ਲਈ ਰਾਖਵੇਂ ਰੱਖ ਕੇ ਗੱਲਬਾਤ ਕਰਨੀ ਚਾਹੀਦੀ ਹੈ। ਇਸ ਨਾਲ ਰਿਸ਼ਤੇ ਬਹੁਤ ਪੁਖਤਾ ਹੋ ਸਕਦੇ ਹਨ। ਅਕਸਰ ਅਸੀਂ ਇੱਕ ਦੂਜੇ ਨਾਲ ਬਾਹਰਲੇ ਲੋਕਾਂ ਪਿੱਛੇ ਲੜਾਈ ਕਰਦੇ ਰਹਿੰਦੇ ਹਾਂ। ਹੋ ਸਕਦਾ ਹੈ ਕਿ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜਾਂ ਸਹੇਲੀ ਨੂੰ ਤੁਹਾਡਾ ਪਤੀ ਪਸੰਦ ਨਾ ਕਰਦਾ ਹੋਵੇ। ਇਸ ਹਾਲਾਤ ਵਿੱਚ ਆਮ ਬੀਬੀਆਂ ਆਪਣੇ ਪਤੀ ਨਾਲ ਲੜਨ ਲੱਗ ਜਾਂਦੀਆਂ ਹਨ, ਜੋ ਕਿ ਠੀਕ ਨਹੀਂ। ਪਤਨੀ ਦੀ ਪਹਿਲੀ ਵਫਾ ਆਪਣੇ ਪਤੀ ਨਾਲ ਚਾਹੀਦੀ ਹੈ। ਹਰ ਹਾਲਤ ਵਿੱਚ ਪਤੀ ਦੀ ਹੀ ਸਪੋਰਟ ਕਰਨੀ ਚਾਹੀਦੀ ਹੈ। ਜੇ ਪਤੀ ਕਿਸੇ ਗੱਲ ਵਿੱਚ ਗਲਤ ਹੈ ਤਾਂ ਪਿਆਰ ਨਾਲ ਸਮਝਾਇਆ ਜਾ ਸਕਦਾ ਹੈ, ਪਰ ਜੇ ਗੱਲ ਚੁਣਨ ਤੱਕ ਪਹੁੰਚ ਜਾਵੇ ਤਾਂ 1 ਮਿੰਟ ਵੀ ਸੋਚੇ ਬਗੈਰ ਹਰੇਕ ਰਿਸ਼ਤੇ ਅਤੇ ਦੋਸਤ ਨੂੰ ਪਤੀ ਤੇ ਕੁਰਬਾਨ ਕਰ ਦੇਣਾ ਚਾਹੀਦਾ ਹੈ। ਇਹ ਪਤੀ ਵਰਤਾ ਇਸਤਰੀਆਂ ਵਾਲੀ ਚਾਲ ਹੈ। ਇੱਕ ਦੂਜੇ ਨਾਲ ਦਿਲ ਸਾਂਝਾ ਕਰਨਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਆਪਣੀ ਪਤਨੀ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਪਤਨੀਆਂ ਦੀ ਪਹਿਲੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਪਤੀਆਂ ਨਾਲ ਸਾਰੇ ਦਿਨ ਦੀਆਂ ਘਟਨਾਵਾਂ ਸਾਂਝੀਆਂ ਕਰਨ, ਪਰ ਅਕਸਰ ਪਤੀ ਕੰਮਾਂ ਤੋਂ ਥੱਕੇ ਹਾਰੇ ਹੋਣ ਕਾਰਨ ਉਹਨਾਂ ਗੱਲਾਂ ਨੂੰ ਸੁਣਨ ਲਈ ਉਤਸੁਕਤ ਨਹੀਂ ਹੁੰਦੇ, ਜੋ ਕਿ ਬੜੀ ਭਾਰੀ ਗਲਤੀ ਹੈ। ਤੁਹਾਡੀ ਪਤਨੀ ਨੇ ਤੁਹਾਡੇ ਨਾਲ ਗੱਲ ਕਰਨੀ ਹੈ ਅਤੇ ਕਰਨੀ ਵੀ ਜ਼ਰੂਰ ਹੈ। ਜੇ ਤੁਸੀਂ ਨਹੀਂ ਸੁਣੋਗੇ ਤਾਂ ਉਹ ਨਿਰਾਸ਼ ਹੋਵੇਗੀ ਅਤੇ ਸੋਚੇਗੀ ਕਿ ਤੁਸੀਂ ਉਸ ਦੀ ਪਰਵਾਹ ਨਹੀਂ ਕਰਦੇ। ਤੁਹਾਨੂੰ ਰੱਬ ਨੇ 2 ਕੰਨ ਅਤੇ 1 ਜ਼ੁਬਾਨ ਦਿੱਤੀ ਹੈ। ਇਸ ਦਾ ਅੰਤਰੀਵੀ ਅਰਥ ਇਹ ਲਿਆ ਜਾ ਸਕਦਾ ਹੈ
ਕਿ ਤੁਸੀਂ ਸੁਣੋ ਜ਼ਿਆਦਾ ਤੇ ਬੋਲੋ ਘੱਟ। ਸੋ ਇਸ ਸਿਧਾਂਤ ਦਾ ਇਸਤੇਮਾਲ ਆਪਣੀ ਪਤਨੀ ਲਈ ਜ਼ਰੂਰ ਕਰੋ। ਉਸ ਨੂੰ ਆਪਣੇ ਕੰਨ ਸ਼ਾਮ ਨੂੰ ਕੁਝ ਸਮੇਂ ਵਾਸਤੇ ਜ਼ਰੂਰ ਸੌਂਪ ਦੇਵੋ। ਤੁਸੀਂ ਦੇਖੋਗੇ ਕਿ ਤੁਸੀਂ ਇਸ ਤਰ੍ਹਾਂ ਕਰਨ ਨਾਲ ਬਹੁਤ ਸੁਖੀ ਹੋ ਜਾਵੋਗੇ। ਯਾਦ ਰੱਖੋ ਕਿ ਜੇ ਤੁਸੀਂ ਉਸ ਦੀ ਗੱਲ ਨਹੀਂ ਸੁਣੋਗੇ ਤਾਂ ਉਹ ਕਿਤੇ ਹੋਰ ਕਰੇਗੀ। ਜੇ ਤੁਸੀਂ ਉਸ ਦੇ ਹਮਰਾਜ਼ ਨਹੀਂ ਬਣੋਗੇ ਤਾਂ ਉਹ ਕੋਈ ਹੋਰ ਬਣੇਗਾ। ਇਸ ਨਾਲ ਘਰ ਦੀ ਗੱਲ ਬਾਹਰ ਜਾਣ ਲੱਗ ਜਾਵੇਗੀ। ਜੇ ਉਹ ਤੁਹਾਡੇ ਨਾਲ ਵੀ ਗੱਲ ਨਹੀਂ ਕਰੇਗੀ ਅਤੇ ਬਾਹਰ ਵੀ ਕਿਸੇ ਨਾਲ ਗੱਲ ਨਹੀਂ ਕਰੇਗੀ ਤਾਂ ਉਹ ਵੈਸੇ ਪਰੇਸ਼ਾਨ ਅਤੇ ਸਟ੍ਰੈਸਡ ਆਊਟ ਹੋ ਜਾਵੇਗੀ। ਸੋ ਇਹਨਾਂ ਜ਼ਹਿਮਤਾਂ ਤੋਂ ਬਚਣ ਲਈ ਜ਼ਰੂਰ ਹੀ ਆਪਣੇ ਕੰਨਾਂ ਦਾ ਭਰਪੂਰ ਇਸਤੇਮਾਲ ਕਰੋ ਜੀ। ਇਤਿਹਾਸ ਦਾ ਜ਼ਿਕਰ ਹੈ ਕਿ ਇੱਕ ਵਾਰ ਗੁਰੂ ਕਲਗੀਧਰ ਪਾਤਸ਼ਾਹ ਨੇ ਭਰੇ ਦਰਬਾਰ ਵਿੱਚ ਪੁੱਛਿਆ ਕਿ ਕੀ ਕੋਈ ਅਜਿਹੀ ਇਸਤਰੀ ਹੈ ਜਿਸ ਨੇ ਕਦੇ ਆਪਣੇ ਪਤੀ ਦਾ ਮੂੰਹ ਨਾ ਫਿਟਕਾਰਿਆ ਹੋਵੇ, ਭਾਵ ਉਸ ਨੂੰ ਮਾੜੇ ਬਚਨ ਨਾ ਕੀਤੇ ਹੋਣ। ਸਾਰੇ ਦਰਬਾਰ ਵਿੱਚੋਂ ਇੱਕ ਆਗਰੇ ਦੀ ਬੀਬੀ ਨੇ ਨਿਮਰਤਾ ਵਿੱਚ ਬੇਨਤੀ ਕੀਤੀ ਕਿ ਉਸਨੇ ਕਦੇ ਪਤੀ ਨਾਲ ਮਾੜੇ ਬੋਲ ਨਹੀਂ ਬੋਲੇ। ਗੁਰੂ ਸਾਹਿਬ ਨੇ ਉਚੇਚਾ ਉਸ ਨੂੰ ਸੱਦ ਕੇ ਉਸ ਨੂੰ ਪਿਆਰ ਅਤੇ ਅਸ਼ੀਰਵਾਦ ਦਿੱਤਾ ਸੀ। ਇਸ ਸਾਖੀ ਤੋਂ ਅੱਜਕੱਲ੍ਹ ਦੀਆਂ ਬੀਬੀਆਂ ਨੂੰ ਕੋਈ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਆਪਣੇ ਪਤੀ ਨਾਲ ਕਦੇ ਬਦਸਲੂਕੀ ਨਹੀਂ ਕਰਨੀ ਚਾਹੀਦੀ। ਪਤੀਵਰਤਾ ਇਸਤਰੀ ਉਹੀ ਹੈ ਜੋ ਹਰ ਹਾਲਤ ਵਿੱਚ ਸ਼ਾਂਤੀ, ਪਿਆਰ, ਨਿਮਰਤਾ ਅਤੇ ਮਿਠਾਸ ਬਣਾਈ ਰੱਖੇ। ਕਦੇ ਪਤੀ ਨੂੰ ਮਾੜਾ ਬੋਲ ਨਾ ਬੋਲੇ। ਜੇ ਕਿਸੇ ਗੱਲ ਤੇ ਸਹਿਮਤੀ ਨਾ ਹੋਵੇ ਫਿਰ ਵੀ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਬੋਲ ਕਬੋਲ ਨਹੀਂ ਬੋਲਣੇ ਚਾਹੀਦੇ। ਅਜਿਹੀ ਇਸਤਰੀ ਧਨਤਾਯੋਗ ਹੈ। ਉਸ ਦਾ ਸਰੀਰ ਕਦੇ ਰੋਗੀ ਨਹੀਂ ਹੁੰਦਾ, ਸਦਾ ਉਸ ਤੇ ਕਿਰਪਾ ਬਣੀ ਰਹਿੰਦੀ ਹੈ ਅਤੇ ਉਸ ਦਾ ਘਰ ਸੁੱਖ ਸ਼ਾਂਤੀ ਨਾਲ ਭਰ ਜਾਂਦਾ ਹੈ। ਪਤੀ ਨੂੰ ਕਦੇ ਵੀ ਪਤਨੀ ਨਾਲ ਬਦਸਲੂਕੀ ਨਹੀਂ ਕਰਨੀ ਚਾਹੀਦੀ। ਜੋ ਪਤੀ ਆਪਣੀ ਪਤਨੀ ਨੂੰ ਮਾੜਾ ਬਚਨ ਬੋਲਦਾ ਹੈ ਜਾਂ ਹੱਥ ਚੱਕਦਾ ਹੈ, ਉਹ ਬਹੁਤ ਹੀ ਗਿਰਿਆ ਹੋਇਆ ਬੰਦਾ ਹੁੰਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਅਜਿਹਾ ਪਤੀ ਮਰਦ ਕਹਾਉਣ ਦੇ ਕਾਬਿਲ ਨਹੀਂ, ਕਿਉਂਕਿ ਮਰਦ ਸੂਰਮੇ ਉਹ ਹੁੰਦੇ ਹਨ ਜੋ ਇਸਤਰੀਆਂ ਦੇ ਮਾਨ ਸਨਮਾਨ ਦੀ ਰੱਖਿਆ ਕਰਦੇ ਹਨ, ਨਾ ਕਿ ਉਹਨਾਂ ਦੀ ਬੇਇੱਜ਼ਤੀ ਕਰਦੇ ਹਨ। ਸੋ ਖਾਲਸਾ ਮਰਦ ਉਹ ਹੈ ਜੋ ਇਸਤਰੀਆਂ ਦੀ ਸਦਾ ਇੱਜ਼ਤ ਕਰੇ ਅਤੇ ਹਮੇਸ਼ਾ ਉਹਨਾਂ ਦਾ ਮਾਣ ਰੱਖੇ। ਜੇ ਕੋਈ ਬੰਦਾ ਇਸ ਤਰ੍ਹਾਂ ਦੀ ਸੋਚ ਅਪਣਾ ਲਵੇ ਤਾਂ ਉਹ ਹੈਰਾਨ ਹੋ ਜਾਵੇਗਾ ਕਿ ਉਸ ਨੂੰ ਜ਼ਿੰਦਗੀ ਵਿੱਚ ਕਦੇ ਔਰਤਾਂ ਤੋਂ ਦੁੱਖ ਨਹੀਂ ਮਿਲੇਗਾ। ਕਲੈਕਟਿਵ ਤੌਰ ਤੇ ਔਰਤਾਂ ਹਰ ਥਾਂ ਉਸ ਦਾ ਭਲਾ ਕਰਨਗੀਆਂ। ਇਹ ਕਲੈਕਟਿਵ ਕਰਮਾਂ ਵਾਲੇ ਫਲਸਫੇ ਦਾ ਇੱਕ ਗੁੱਜਾ ਸਿਧਾਂਤ ਹੈ। ਪਤਨੀ ਉਹ ਹੈ ਜੋ ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਮਰਦ ਨਾ ਜਾਣੇ, ਕਿਸੇ ਬੰਦੇ ਵੱਲ ਵਾਸਨਾ ਵਾਲੀ ਅੱਖ ਨਾ ਰੱਖੇ। ਪਤੀਵਰਤਾ ਇਸਤਰੀ ਉਹ ਹੈ ਜਿਸ ਦੇ ਖਿਆਲ ਵਿੱਚ ਜਾਂ ਕਦੇ ਸੁਪਨੇ ਵਿੱਚ ਵੀ ਪਰਾਇਆ ਮਰਦ ਨਹੀਂ ਆਉਂਦਾ। ਅੱਜ ਕੱਲ੍ਹ ਲੋਕ ਇਸ ਗੱਲ ਨੂੰ ਮੰਨਦੇ ਨਹੀਂ, ਪਰ ਜੇ ਕਿਸੇ ਇਸਤਰੀ ਵਿੱਚ ਇਹ ਗੁਣ ਆ ਜਾਵੇ ਤਾਂ ਉਸ ਵਿੱਚ ਅਲੌਕਿਕ ਸ਼ਕਤੀਆਂ ਆ ਜਾਂਦੀਆਂ ਹਨ, ਜੋ ਪੁਰਾਤਨ ਸਮੇਂ ਵਿੱਚ ਪਤੀਵਰਤਾ ਸਤੀਆਂ ਇਸਤਰੀਆਂ ਵਿੱਚ ਹੁੰਦੀਆਂ ਸਨ। ਪਤੀ ਵਾਸਤੇ ਵੀ ਇਹ ਲਾਜ਼ਮੀ ਹੈ ਕਿ ਆਪਣੀ ਨਿੱਜ ਵਿਆਹੀ ਪਤਨੀ ਤੋਂ ਬਗੈਰ ਕਿਸੇ ਇਸਤਰੀ ਬਾਰੇ ਸੁਪਨੇ ਵਿੱਚ ਵੀ ਨਾ ਸੋਚੇ। ਪਰਾਈ ਨਾਰੀ ਦੀ ਸੇਜ ਤੇ ਤਾਂ ਭੁੱਲ ਕੇ ਵੀ ਸੁਪਨੇ ਵਿੱਚ ਵੀ ਨਾ ਜਾਵੇ। ਪਰਾਈ ਇਸਤਰੀ ਦਾ ਸੰਗ ਤਾਂ ਨਾਗਨ ਦਾ ਸੰਗ ਕਰਨ ਦੇ ਬਰਾਬਰ ਹੈ, ਜੋ ਬੰਦੇ ਦੇ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ। ਸੋ ਗੁਰਸਿੱਖ ਮਰਦ ਨੂੰ ਚਾਹੀਦਾ ਹੈ ਕਿ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਕਦੇ ਵੀ ਪਰਾਈ ਇਸਤਰੀ ਦਾ ਖਿਆਲ ਵੀ ਮਨ ਵਿੱਚ ਨਾ ਲਿਆਵੇ। ਇਸ ਬਾਰੇ ਤੁਸੀਂ ਸਾਡੀ ਇਹ ਸਕਰੀਨ ਤੇ ਆਈ ਹੋਈ ਵੀਡੀਓ ਜ਼ਰੂਰ ਦੇਖੋ, ਤੁਹਾਡਾ ਜੀਵਨ ਬਦਲ ਜਾਵੇਗਾ। ਕਈ ਔਰਤਾਂ ਨੂੰ ਮਾੜੀ ਆਦਤ ਹੁੰਦੀ ਹੈ ਕਿ ਕੰਮ ਤੋਂ ਬਾਅਦ ਘਰੇ ਥੱਕ ਆਏ ਪਤੀ ਨਾਲ ਲੜਨ ਲੱਗ ਜਾਂਦੀਆਂ ਹਨ ਅਤੇ ਕੰਪਲੇਨ ਕਰਨ ਲੱਗ ਜਾਂਦੀਆਂ ਹਨ। ਇਹ ਸਿਆਣੀ ਗੱਲ ਨਹੀਂ ਹੈ। ਘਰੇ ਆਏ ਪਤੀ ਨੂੰ ਹਮੇਸ਼ਾ ਮੂੰਹ ਤੇ ਵੱਡੀ ਸਾਰੀ ਮੁਸਕਾਨ ਨਾਲ ਮਿਲਣਾ ਚਾਹੀਦਾ ਹੈ ਅਤੇ ਫਤਿਹ ਬੁਲਾਉਣੀ ਚਾਹੀਦੀ ਹੈ। ਬਹੁਤ ਪਿਆਰ ਨਾਲ ਪਾਣੀ, ਸ਼ਰਬਤ, ਸ਼ਿਕੰਜਵੀ ਆਦਿ ਦੇਣਾ ਚਾਹੀਦਾ ਹੈ। ਪਤਨੀ ਦੀ ਸੋਹਣੀ ਮੁਸਕਾਨ ਦੇਖ ਕੇ ਪਤੀ ਦੀ ਸਾਰੀ ਥਕਾਨ ਲੈ ਜਾਂਦੀ ਹੈ, ਪਰ ਪਤਨੀ ਦਾ ਲੜਨ ਵਾਲਾ ਰਵੱਈਆ ਬੰਦੇ ਨੂੰ ਹੋਰ ਥਕਾ ਦਿੰਦਾ ਹੈ। ਸੋ ਜ਼ਰੂਰ ਖਿੜੇ ਮੱਥੇ ਪਤੀ ਦਾ ਘਰ ਆਉਣ ਤੇ ਇਸਤਕਬਾਲ ਕਰਨਾ ਚਾਹੀਦਾ ਹੈ। ਤੁਹਾਡੇ ਵੱਲੋਂ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਘਰ ਸੁੱਖ ਸ਼ਾਂਤੀ ਵਾਲਾ ਹੋ ਜਾਵੇਗਾ। ਕਈ ਪਤੀ ਜਾਂ ਪਤਨੀ ਕੰਮ ਦਾ ਜਾਂ ਹੋਰ ਕਿਸੇ ਦਾ ਗੁੱਸਾ ਆਪਣੇ ਜੀਵਨ ਸਾਥੀ ਤੇ ਕੱਢ ਦਿੰਦੇ ਹਨ, ਜੋ ਕਿ ਬਹੁਤ ਹੀ ਨਾਵਾਜਬ ਗੱਲ ਹੈ। ਗਲਤੀ ਕਿਸੇ ਦੀ, ਗੁੱਸਾ ਕਿਸੇ ਦਾ, ਪਰ ਕੱਢਣਾ ਆਪਣੇ ਜੀਵਨ ਸਾਥੀ ਤੇ, ਇਹ ਕਿੱਥੋਂ ਦੀ ਨੇਕੀ ਹੈ? ਤੁਹਾਡੇ ਜੀਵਨ ਸਾਥੀ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਸੁੱਖ ਤੁਹਾਤੋਂ ਮਿਲਣਾ ਚਾਹੀਦਾ ਹੈ, ਨਾ ਕਿ ਦੁੱਖ। ਕੀ ਜੀਵਨ ਸਾਥੀ ਦੀ ਤੁਹਾਡੇ ਜੀਵਨ ਵਿੱਚ ਇਹ ਜਗ੍ਹਾ ਹੈ ਕਿ ਉਸ ਨੂੰ ਗੁੱਸਾ ਜਾਂ ਸਟ੍ਰੈਸ ਡਾਊਨਲੋਡ ਕਰਨ ਲਈ ਵਰਤਿਆ ਜਾਵੇ? ਸੋ ਖਿਆਲ ਰੱਖਣਾ ਚਾਹੀਦਾ ਹੈ ਕਿ ਕਦੇ ਆਪਣੇ ਜੀਵਨ ਸਾਥੀ ਤੇ
ਕਿਸੇ ਹੋਰ ਦਾ ਗੁੱਸਾ ਜਾਂ ਹੋਰ ਸਟ੍ਰੈਸ ਨਹੀਂ ਕੱਢਣਾ ਚਾਹੀਦਾ। ਕਈ ਬੰਦੇ ਘਰੇ ਆਪਣੀ ਪਤਨੀ ਦੀ ਕੋਈ ਮਦਦ ਨਹੀਂ ਕਰਾਉਂਦੇ। ਹਾਂ, ਜੇ ਬੰਦਾ ਬਾਹਰ ਕੰਮ ਕਰਕੇ ਆਇਆ ਹੈ ਤਾਂ ਉਸ ਨੂੰ ਲੋੜ ਨਹੀਂ ਕਿ ਉਹ ਹਰ ਰੋਜ਼ ਘਰੇ ਵੀ ਕੰਮ ਕਰਾਵੇ, ਪਰ ਜੇ ਕਦੇ ਲੋੜ ਹੋਵੇ ਅਤੇ ਬੰਦੇ ਪਾਸ ਸਮਰੱਥਾ ਹੋਵੇ ਤਾਂ ਜੇ ਪਤਨੀ ਦੀ ਕਿਸੇ ਤਰ੍ਹਾਂ ਦੀ ਮਦਦ ਕਰਾਉਣੀ ਪੈ ਜਾਵੇ, ਇਸ ਵਿੱਚ ਆਪਣੀ ਬੇਇੱਜ਼ਤੀ ਜਾਂ ਹੇਠੀ ਨਹੀਂ ਸਮਝਣੀ ਚਾਹੀਦੀ। ਸਰਬਲੋਹ ਵਿਵੇਕ ਦਾ ਪਹਿਰਾ ਰੱਖਣ ਵਾਲੇ ਗੁਰਸਿੱਖਾਂ ਨੂੰ ਤਾਂ ਜ਼ਰੂਰ ਹੀ ਚਾਹੀਦਾ ਹੈ ਕਿ ਸਰਬਲੋਹ ਦੇ ਭਾਂਡਿਆਂ ਦੀ ਸੋਧ ਸਦਾਈ ਵਿੱਚ ਆਪਣੀ ਪਤਨੀ ਦੀ ਸਹਾਇਤਾ ਕਰਨ। ਖਾਸ ਕਰਕੇ ਵੱਡੇ ਭਾਂਡੇ, ਪਤੀਲੇ ਆਦਿ ਜ਼ਰੂਰ ਉਹਨਾਂ ਨੂੰ ਹੀ ਸੋਧਣੇ ਚਾਹੀਦੇ ਹਨ। ਸਰਬਲੋਹੀ ਵਿਵੇਕੀ ਗੁਰਸਿੱਖਾਂ ਕੋਲ ਇਹ ਚੋਇਸ ਤਾਂ ਹੁੰਦੀ ਨਹੀਂ ਕਿ ਉਹ ਰਸੋਈ ਵਿੱਚ ਨੌਕਰ ਰੱਖ ਲੈਣ। ਸੋ ਇਹ ਕੰਮ ਪਤੀ ਪਤਨੀ ਜੇ ਰਲ ਮਿਲ ਕੇ ਕਰ ਲੈਣ ਤਾਂ ਉੱਤਮ ਗੱਲ ਹੈ। ਇਹ ਕੋਈ ਸ਼ਾਨ ਵਾਲੀ ਗੱਲ ਨਹੀਂ ਕਿ ਪਤਨੀ ਇਕੱਲੀ ਸਰਬਲੋਹ ਦੇ ਭਾਂਡੇ ਮਾਂਜੇ ਅਤੇ ਪਤੀ ਉਸ ਦੀ ਮਦਦ ਕਰਨ ਵਿੱਚ ਆਪਣੀ ਹੇਠੀ ਸਮਝੇ। ਕਈ ਵਾਰੀ ਪਤੀ ਕੰਮ ਦੇ ਬੋਝ ਕਰਕੇ ਘਰੇ ਆ ਕੇ ਵੀ ਅਪਸੈਟ ਰਹਿੰਦਾ ਹੈ। ਹਾਲਾਂਕਿ ਗੁਰਸਿੱਖ ਨੂੰ ਚਾਹੀਦਾ ਨਹੀਂ ਕਿ ਉਹ ਅਪਸੈਟ ਹੋਵੇ, ਪਰ ਫਿਰ ਵੀ ਇਨਸਾਨ ਭੁੱਲਣਹਾਰ ਹੈ। ਜੇ ਕਦੇ ਉਹ ਅਪਸੈਟ ਹੋਵੇ ਤਾਂ ਪਤਨੀ ਨੂੰ ਚਾਹੀਦਾ ਹੈ ਕਿ ਮੌਕਾ ਸਾਂਭ ਲਵੇ ਅਤੇ ਅੱਗੋਂ ਸ਼ਾਂਤੀ ਅਤੇ ਨਿਮਰਤਾ ਬਣਾਈ ਰੱਖੇ। ਜਿਸ ਇਸਤਰੀ ਵਿੱਚ ਨਿਮਰਤਾ, ਮਿਠਾਸ, ਪੇਸ਼ੈਂਸ ਅਤੇ ਸਬਰ ਨਹੀਂ, ਉਹ ਇਸਤਰੀ ਦੇ ਵੱਡੇ ਗੁਣਾਂ ਤੋਂ ਵਾਂਝੀ ਹੈ, ਮਹਿਰੂਮ ਹੈ। ਸ਼ਰਮੋ ਹਯਾ ਅਤੇ ਪ੍ਰੇਮ ਮਿਠਾਸ ਤਾਂ ਇਸਤਰੀ ਤਵ ਜਾਂ ਇਸਤਰੀ ਪੁਣੇ ਦੀ ਬੁਨਿਆਦ ਹੈ। ਇਹ ਗੁਣ ਬੀਬੀਆਂ ਨੂੰ ਜ਼ਰੂਰ ਧਾਰਨ ਕਰਨੇ ਚਾਹੀਦੇ ਹਨ। ਜਿੱਥੇ ਪਿਆਰ ਹੈ ਉੱਥੇ ਸਤਿਕਾਰ ਵੀ ਹੋਣਾ ਚਾਹੀਦਾ ਹੈ। ਨਹੀਂ ਤਾਂ ਇਹ ਕਹਿਣ ਵਿੱਚ ਹਰਜ ਨਹੀਂ ਕਿ ਪਿਆਰ ਸੱਚਾ ਨਹੀਂ ਹੈ। ਕਈ ਪਤੀ ਆਪਣੀ ਪਤਨੀ ਨੂੰ ਲੋਕਾਂ ਸਾਹਮਣੇ ਬੁਰਾ ਭਲਾ ਬੋਲਣ ਲੱਗ ਜਾਂਦੇ ਹਨ, ਜੋ ਕਿ ਸਿਆਣੀ ਗੱਲ ਨਹੀਂ ਹੈ। ਲੋਕਾਂ ਸਾਹਮਣੇ ਤਾਂ ਇੱਕ ਪਾਸੇ ਰਿਹਾ, ਆਪਣੇ ਬੱਚਿਆਂ ਸਾਹਮਣੇ ਵੀ ਇੱਕ ਦੂਜੇ ਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ। ਜੇ ਕੋਈ ਗੱਲ ਹੋਵੇ ਤਾਂ ਇਕੱਲੇ ਹੋ ਕੇ ਕਰਨੀ ਚਾਹੀਦੀ ਹੈ, ਲੋਕਾਂ ਸਾਹਮਣੇ ਨਹੀਂ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਫਰਮਾਇਆ ਹੈ ਕਿ ਜੇ ਆਪਣੇ ਪਿਆਰੇ ਨੂੰ ਬੁਰੇ ਬੋਲ ਬੋਲੇ ਜਾਣ ਤਾਂ ਇਸ ਤਰ੍ਹਾਂ ਕਰਨ ਨਾਲ ਪ੍ਰੀਤ ਟੁੱਟ ਜਾਂਦੀ ਹੈ। ਸੁਣੋ ਜੀ ਇਹ ਗੁਰਵਾਕ, ਟੂਟ ਪ੍ਰੀਤ ਗਈ ਬੁਰ ਬੋਲ। ਸੋ ਜ਼ਰੂਰ ਹੀ ਮਾੜੇ ਬਚਨ ਬੋਲਣ ਤੋਂ ਭਾਰੀ ਸੰਕੋਚ ਕਰਨਾ ਚਾਹੀਦਾ ਹੈ। ਜੇ ਤੁਹਾਡਾ ਜੀਵਨ ਸਾਥੀ ਤੁਹਾਡੇ ਵਿੱਚ ਕੋਈ ਕਮੀ, ਖਾਮੀ ਜਾਂ ਗਲਤੀ ਦੱਸੇ ਤਾਂ ਇਸ ਨੂੰ ਆਪਣੇ ਤੇ ਹਮਲਾ ਨਹੀਂ ਸਮਝਣਾ ਚਾਹੀਦਾ, ਬਲਕਿ ਫਰਾਖਦਿਲੀ ਨਾਲ ਇਸ ਆਲੋਚਨਾ ਨੂੰ ਲੈਣਾ ਚਾਹੀਦਾ ਹੈ ਅਤੇ ਆਪਣੀ ਖਾਮੀ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਗੋਂ ਲੜਨਾ ਨਹੀਂ ਚਾਹੀਦਾ। ਜੇ ਪਤੀ ਦੀ ਆਲੋਚਨਾ ਸਹੀ ਹੈ ਤਾਂ ਖਿੜੇ ਮੱਥੇ ਕਬੂਲ ਕਰਨੀ ਚਾਹੀਦੀ ਹੈ ਅਤੇ ਆਪਣਾ ਸੁਧਾਰ ਕਰਨਾ ਚਾਹੀਦਾ ਹੈ। ਪਤੀ ਨੂੰ ਵੀ ਚਾਹੀਦਾ ਹੈ ਕਿ ਐਵੇਂ ਆਲੋਚਨਾ ਹੀ ਨਾ ਕਰੀ ਜਾਵੇ ਅਤੇ ਮਾੜੀ ਮੋਟੀ ਕਮੀ ਪੇਸ਼ੀ ਨੂੰ ਫਰਾਖਦਿਲੀ ਨਾਲ ਨਜ਼ਰਅੰਦਾਜ਼ ਕਰ ਦੇਵੇ। ਜੇ ਤੁਹਾਡੇ ਪਾਸੋਂ ਕੋਈ ਵਧੀਕੀ ਹੋ ਜਾਵੇ ਜਾਂ ਗਲਤੀ ਹੋ ਜਾਵੇ ਤਾਂ ਜ਼ਰੂਰ ਉਸ ਦਾ ਪਛਤਾਤਾਪ ਕਰਨਾ ਚਾਹੀਦਾ ਹੈ। ਪਹਿਲਾਂ ਗੁਰੂ ਕਰਤਾਰ ਪਾਸੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਫਿਰ ਪਤਨੀ ਪਾਸੋਂ ਆਪਣੀ ਗਲਤੀ ਲਈ ਮਾਫੀ ਮੰਗਣ ਵਿੱਚ ਕੋਈ ਹਰਜ ਨਹੀਂ, ਸਗੋਂ ਇਹ ਉੱਤਮ ਗੁਰਸਿੱਖਾਂ ਵਾਲੀ ਗੱਲ ਹੈ। ਆਪਣੀ ਧੌਣ ਵਿੱਚ ਹਉਮੈ ਦਾ ਕਿੱਲ ਨਹੀਂ ਰਹਿਣ ਦੇਣਾ ਚਾਹੀਦਾ। ਜੇ ਕਸੂਰ ਆਪਣਾ ਹੋਵੇ ਤਾਂ ਧੌਣ ਨੀਵੀਂ ਕਰਨੀ ਪਵੇ ਤਾਂ ਕਰ ਲੈਣੀ ਚਾਹੀਦੀ ਹੈ। ਜਦੋਂ ਗੁਨਾਹਗਾਰ ਬੰਦਾ ਅੱਗੋਂ ਆਕੜਦਾ ਹੈ ਤਾਂ ਉਸ ਦਾ ਗੁਨਾਹ ਦੂਣਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜੇ ਪਤਨੀ ਪਾਸੋਂ ਕੋਈ ਗਲਤੀ ਹੋ ਜਾਵੇ ਜਾਂ ਵਧੀਕੀ ਹੋ ਜਾਵੇ ਤਾਂ ਉਸ ਨੂੰ ਗੁਰੂ ਸਾਹਿਬ ਪਾਸੋਂ ਅਤੇ ਆਪਣੇ ਪਤੀ ਪਾਸੋਂ ਮਾਫੀ ਮੰਗ ਕੇ ਇਸ ਪਾਪ ਦੇ ਬੋਝ ਤੋਂ ਆਪਣੇ ਆਪ ਨੂੰ ਹਲਕਾ ਕਰ ਲੈਣਾ ਚਾਹੀਦਾ ਹੈ। ਗੱਲ ਕੀ, ਜਿਸ ਦੀ ਵੀ ਗਲਤੀ ਹੋਵੇ ਉਸ ਨੂੰ ਚਾਹੀਦਾ ਹੈ ਕਿ ਆਪਣੀ ਗਲਤੀ ਦਾ ਇਕਬਾਲ ਕਰਕੇ ਆਪਣੇ ਜੀਵਨ ਸਾਥੀ ਤੋਂ ਅਤੇ ਅਕਾਲ ਪੁਰਖ ਤੋਂ ਮਾਫੀ ਮੰਗ ਕੇ ਸੁਰਖਰੂ ਹੋ ਜਾਵੇ। ਫਿਰ ਦੁਬਾਰਾ ਉਹ ਗਲਤੀ ਨਹੀਂ ਕਰਨੀ ਚਾਹੀਦੀ। ਇਹੀ ਗਲਤੀ ਤੋਂ ਪਛਤਾਤਾਪ ਦੀ ਅਸਲੀ ਨਿਸ਼ਾਨੀ ਹੈ ਕਿ ਗਲਤੀ ਦੁਹਰਾਈ ਨਾ ਜਾਵੇ। ਇਹੋ ਗੁਰਸਿੱਖਾਂ ਭਗਤਾਂ ਦੀ ਚਾਲ ਹੈ। ਕਦੇ ਇੱਕ ਦੂਜੇ ਨੂੰ ਸੋਹਣੇ ਲਫ਼ਜ਼ ਕਹਿਣੇ ਬੰਦ ਨਾ ਕਰੋ। ਯਾਦ ਰੱਖੋ ਕਿ ਕਿਸੇ ਵੀ ਰਿਸ਼ਤੇ ਵਿੱਚ ਜਿੰਨੀ ਜ਼ਰੂਰੀ ਮੁਹੱਬਤ ਹੈ, ਓਨਾ ਹੀ ਜ਼ਰੂਰੀ ਇਜ਼ਹਾਰੇ ਮੁਹੱਬਤ ਹੈ। ਇਜ਼ਹਾਰ ਬੋਲ ਕੇ ਵੀ ਹੁੰਦਾ ਹੈ ਅਤੇ ਐਕਸ਼ਨਾਂ ਨਾਲ ਵੀ। ਸੋ ਦੋਹਾਂ ਤਰੀਕਿਆਂ ਨਾਲ ਪਿਆਰ ਦਾ ਇਜ਼ਹਾਰ ਕਰਨਾ ਚਾਹੀਦਾ ਹੈ। ਕਈ ਕਹਿੰਦੇ ਹਨ ਕਿ ਉਹ ਪਿਆਰ ਆਪਣੇ ਦਿਲ ਵਿੱਚ ਰੱਖਦੇ ਹਨ, ਪਰ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਪਿਆਰ ਹੀ ਕਿਉਂ ਆਪਣੇ ਦਿਲ ਵਿੱਚ ਲੁਕਾ ਕੇ ਰੱਖਦੇ ਹੋ? ਗੁੱਸਾ ਵੀ ਆਪਣੇ ਅੰਦਰ ਲੁਕਾ ਕੇ ਰੱਖ ਲਿਆ ਕਰੋ ਅਤੇ ਹੋਰ ਮਾੜੇ ਔਗਣ ਕਿਉਂ ਆਪਣੇ ਅੰਦਰ ਨਹੀਂ ਰੱਖਦੇ? ਆਲੋਚਨਾ ਕਰਨ ਲੱਗੇ ਤਾਂ 1 ਮਿੰਟ ਨਹੀਂ ਲਾਉਂਦੇ, ਪਰ ਪਿਆਰ ਭਰੇ 2 ਬੋਲ ਬੋਲਣ ਵੇਲੇ ਕਹਿੰਦੇ ਹੋ ਕਿ ਅਸੀਂ ਪਿਆਰ ਨੂੰ ਦਿਲ ਵਿੱਚ ਰੱਖਦੇ ਹਾਂ। ਇੱਕ ਦੂਜੇ ਨਾਲ ਮੁਹੱਬਤ ਦਾ ਇਜ਼ਹਾਰ ਕਰਨਾ ਅਤੇ ਇੱਕ ਦੂਜੇ ਨੂੰ ਸੋਹਣੇ ਪਿਆਰ ਵਾਲੇ ਸ਼ਬਦ ਬੋਲਣ ਨਾਲ
ਪਿਆਰ ਵੱਧਦਾ ਹੈ, ਜੈਸਾ ਕਿ ਇਹ ਗੁਰਵਾਕ ਸਾਨੂੰ ਉਪਦੇਸ਼ ਕਰਦਾ ਹੈ। ਗੰਢ ਪ੍ਰੀਤੀ ਮਿੱਠੇ ਬੋਲ। ਇੱਕ ਪਤੀ ਨੇ ਵਿਆਹ ਤੋਂ ਕੁਝ ਦਿਨ ਬਾਅਦ ਚੰਦ ਵੱਲ ਦੇਖਦੇ ਹੋਏ ਪਤਨੀ ਨੂੰ ਕਿਹਾ, ਦੇਖ ਸੋਹਣੀ, ਉਹ ਚੰਦ ਕਿੰਨਾ ਸੋਹਣਾ ਹੈ, ਬਿਲਕੁਲ ਤੇਰੇ ਵਰਗਾ। ਪਤਨੀ ਨੂੰ ਬਹੁਤ ਖੁਸ਼ੀ ਹੋਈ ਸੀ। 10-12 ਸਾਲ ਵਿਆਹ ਨੂੰ ਹੋ ਗਏ ਤਾਂ ਇੱਕ ਦਿਨ ਫੇਰ ਦੋਵੇਂ ਉਸੇ ਕਮਰੇ ਵਿੱਚ ਖੜੇ ਸੀ ਕਿ ਖਿੜਕੀ ਕੋਲ ਚੰਦ ਹੋਰੀ ਆ ਗਏ। ਪਤਨੀ ਨੇ ਚੰਦ ਵੱਲ ਦੇਖਦੇ ਹੋਏ ਕਿਹਾ, ਦੇਖੋ ਜੀ, ਚੰਦ ਕਿੰਨਾ ਸੋਹਣਾ ਹੈ। ਉਹ ਚਾਹੁੰਦੀ ਸੀ ਕਿ ਅੱਜ ਵੀ ਉਸ ਦਾ ਪਤੀ ਕਹੇ ਕਿ ਹਾਂ, ਸੱਚੀ ਕਿੰਨਾ ਸੋਹਣਾ ਹੈ, ਬਿਲਕੁਲ ਤੇਰੇ ਵਰਗਾ। ਪਰ ਪਤੀ ਨੇ ਪਹਿਲਾਂ ਤਾਂ ਪਤਨੀ ਦੀ ਗੱਲ ਸੁਣੀ ਅਣਸੁਣੀ ਕਰ ਦਿੱਤੀ ਅਤੇ ਜਦੋਂ ਪਤਨੀ ਨੇ ਦੁਬਾਰਾ ਕਿਹਾ ਤਾਂ ਉਹ ਖਿੱਝ ਕੇ ਕਹਿਣ ਲੱਗਾ, ਕੀ ਚੰਦ ਲਾਈ ਆ, ਐਵੇਂ ਫਾਲਤੂ ਗੱਲਾਂ ਨਾ ਕਰ। ਸੋਚੋ ਉਸ ਪਤਨੀ ਦੇ ਮਨ ਤੇ ਕੀ ਬੀਤੀ ਹੋਣੀ ਆ। ਉਸ ਘਰ ਵਿੱਚ ਸ਼ਾਂਤੀ ਅਤੇ ਖੁਸ਼ੀ ਦੇ ਕਫਨ ਵਿੱਚ ਇਹ ਕਿੰਨਾ ਵੱਡਾ ਕਿੱਲ ਸਾਬਤ ਹੋਇਆ ਹੋਣਾ ਹੈ। ਇੱਕ ਪਤੀ ਨੂੰ ਕੰਮ ਤੇ ਬੜੀ ਸਮੱਸਿਆ ਬਣੀ ਹੋਈ ਸੀ। ਜਿਸ ਪ੍ਰੋਜੈਕਟ ਤੇ ਉਹ ਕੰਮ ਕਰ ਰਿਹਾ ਸੀ, ਉਹ ਸਮੇਂ ਸਿਰ ਪੂਰਾ ਹੁੰਦਾ ਨਹੀਂ ਸੀ ਦਿਸ ਰਿਹਾ। ਅੱਜ ਉਸ ਦੇ ਬੌਸ ਨੇ ਉਸ ਨੂੰ ਸੱਦ ਕੇ ਉਸ ਨੂੰ ਬਹੁਤ ਸਖਤੀ ਨਾਲ ਪ੍ਰੋਜੈਕਟ ਟਾਈਮ ਤੇ ਖਤਮ ਕਰਨ ਲਈ ਕਿਹਾ ਅਤੇ ਨਾਲ ਹੀ ਲੁਕਮੀ ਧਮਕੀ ਦੇ ਦਿੱਤੀ ਕਿ ਜੇ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦਾ ਤਾਂ ਹੋਰ ਕੰਮ ਲੱਭ ਲਵੇ। ਕੰਮ ਕਾਰਨ ਉਸ ਦਾ ਮਨ ਇੰਨਾ ਫਿਕਰਮੰਦ ਸੀ ਕਿ ਸਟ੍ਰੈਸ ਹੋਇਆ ਪਿਆ ਸੀ। ਉਸ ਦੀ ਪਤਨੀ ਨੇ ਸਵੇਰੇ ਉਸ ਨੂੰ ਕੰਮ ਤੋਂ ਵਾਪਸ ਆਉਂਦੇ ਹੋਏ ਬਾਜ਼ਾਰ ਤੋਂ ਕੁਝ ਲਿਆਉਣ ਲਈ ਕਿਹਾ ਸੀ, ਪਰ ਸਟ੍ਰੈਸ ਕਾਰਨ ਉਹ ਭੁੱਲ ਗਿਆ। ਥੱਕਿਆ ਟੁੱਟਿਆ ਤੇ ਸਟ੍ਰੈਸ ਦਾ ਮਾਰਿਆ ਉਹ ਘਰੇ ਪਹੁੰਚਿਆ, ਪਰ ਜਦੋਂ ਉਸ ਦੀ ਪਤਨੀ ਨੇ ਦੇਖਿਆ ਕਿ ਉਸ ਦਾ ਪਤੀ ਬਾਜ਼ਾਰ 'ਚੋਂ ਸਮਾਨ ਲਿਆਉਣਾ ਭੁੱਲ ਗਿਆ ਹੈ ਤਾਂ ਪਤਨੀ ਨੇ ਸੁੱਖ ਸਾਂਦ ਤੱਕ ਕੀ ਪੁੱਛਣੀ ਸੀ, ਇੱਕਦਮ ਗੁੱਸੇ ਵਿੱਚ ਆ ਗਈ ਅਤੇ ਅਵਾ ਤਵਾ ਬੋਲਣ ਲੱਗ ਪਈ। ਪਤੀ ਕੰਮ ਤੋਂ ਪਰੇਸ਼ਾਨ ਘਰੇ ਇਸ ਆਸ ਨਾਲ ਆਇਆ ਸੀ ਕਿ ਘਰੇ ਆਰਾਮ ਕਰਾਂਗੇ, ਪਰ ਘਰੇ ਤਾਂ ਹੋਰ ਹੀ ਸੀਨ ਬਣਿਆ ਹੋਇਆ ਸੀ। ਪਤਨੀ ਦਾ ਕਲੇਸ਼ ਸੁਣ ਕੇ ਉਹ ਆਪਣਾ ਸਿਰ ਫੜ ਕੇ ਬੈਠ ਗਿਆ ਅਤੇ ਡਾਢਾ ਪਰੇਸ਼ਾਨ ਹੋਇਆ। ਇਸ ਘਟਨਾ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਦਾ ਕਸੂਰ ਹੈ ਅਤੇ ਕਿਸ ਦਾ ਨਹੀਂ। ਭੈਣਾਂ ਨੂੰ ਬੇਨਤੀ ਹੈ ਕਿ ਇੱਕ ਗੱਲ ਪੱਲੇ ਬੰਨ੍ਹ ਲੈਣ ਕਿ ਜਦੋਂ ਪਤੀ ਕੰਮ ਤੋਂ ਵਾਪਸ ਘਰੇ ਆਵੇ, ਉਸ ਦਾ ਸਵਾਗਤ ਖਿੜੇ ਮੱਥੇ ਕਰਨਾ ਹੈ ਅਤੇ ਇਸ ਤਰ੍ਹਾਂ ਕਰਨਾ ਹੈ ਜਿਵੇਂ ਉਹ ਪਹਿਲੀ ਵਾਰ ਤੁਹਾਡੇ ਘਰੇ ਆਇਆ ਹੋਵੇ। ਇਹ ਇੱਕ ਹਕੀਕਤ ਹੈ ਕਿ ਜਦੋਂ ਕੰਮ ਤੋਂ ਥੱਕੇ ਟੁੱਟੇ ਬੰਦੇ ਨੂੰ ਘਰੇ ਆਏ ਨੂੰ ਪਿਆਰ ਸਤਿਕਾਰ ਮਿਲਦਾ ਹੈ ਤਾਂ ਉਹ ਆਪਣੀਆਂ ਸਭ ਪਰੇਸ਼ਾਨੀਆਂ ਭੁੱਲ ਜਾਂਦਾ ਹੈ। ਸਾਰੇ ਪਰਿਵਾਰ ਨੂੰ ਬੱਚਿਆਂ ਸਮੇਤ ਚਾਹੀਦਾ ਹੈ ਕਿ ਬਾਹਰੋਂ ਘਰੇ ਆਏ ਬੰਦੇ ਨੂੰ ਖਿੜੇ ਮੱਥੇ ਆ ਕੇ ਮਿਲਣ। ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣਾਉਣ ਵਿੱਚ ਬਹੁਤ ਸਹਾਇਤਾ ਮਿਲਦੀ ਹੈ। ਉਹ ਜੀਵਨ ਸਾਥੀ ਹੀ ਕੀ ਜੋ ਔਖੇ ਸਮੇਂ ਕੰਮ ਨਾ ਆਵੇ। ਜੋ ਇਸਤਰੀਆਂ ਬਾਹਰ ਕੰਮ ਕਰਦੀਆਂ ਹਨ, ਉਹਨਾਂ ਦੀ ਜ਼ਿੰਦਗੀ ਤਾਂ ਬਹੁਤ ਮੁਸ਼ਕਲ ਬਣ ਜਾਂਦੀ ਹੈ। ਬਾਹਰ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਘਰੇ ਵੀ ਉਨਾ ਹੀ ਕੰਮ ਕਰਨਾ ਪੈਂਦਾ ਹੈ। ਇੱਕ ਪਤਨੀ ਕੰਮ ਤੋਂ ਬਾਅਦ ਜਦੋਂ ਘਰੇ ਆਈ ਤਾਂ ਉਸਨੇ ਦੇਖਿਆ ਕਿ ਅੱਜ ਘਰੇ ਖਾਣ ਨੂੰ ਕੁਝ ਨਹੀਂ ਸੀ ਬਣਿਆ। ਆਮ ਤੌਰ ਤੇ ਤਾਂ ਉਹ ਵੀਕਐਂਡ ਤੇ ਦਾਲਾਂ ਸਬਜ਼ੀਆਂ ਬਣਾ ਕੇ ਫ੍ਰਿਜ ਵਿੱਚ ਰੱਖ ਲੈਂਦੀ ਸੀ, ਜਿਸ ਕਾਰਨ ਕੰਮ ਵਾਲੇ ਦਿਨਾਂ ਵਿੱਚ ਉਹਨੂੰ ਸੌਖ ਰਹਿੰਦੀ ਸੀ। ਫ੍ਰਿਜ ਵਿੱਚ ਰੱਖੀ ਦਾਲ ਸਬਜ਼ੀ ਗਰਮ ਕਰਕੇ ਅਤੇ ਬਸ ਰੋਟੀ ਪਕਾ ਕੇ ਉਸ ਦਾ ਸਰ ਜਾਂਦਾ ਸੀ। ਪਰ ਐਤਕੀ ਵੀਕਐਂਡ ਤੇ ਬਾਹਰੋਂ ਪ੍ਰਾਹੁਣੇ ਆਉਣ ਕਾਰਨ ਉਹ ਸਬਜ਼ੀਆਂ ਦਾਲਾਂ ਨਹੀਂ ਸੀ ਬਣਾ ਸਕੀ। ਅੱਜ ਜਦੋਂ ਉਹ ਕੰਮ ਤੋਂ ਘਰੇ ਆਈ ਤਾਂ ਬੱਚੇ ਅਤੇ ਪਤੀ ਸਭ ਰੋਟੀ ਮੰਗਣ, ਪਰ ਤਿਆਰ ਕੁਝ ਨਹੀਂ ਸੀ। ਪਤੀ ਖਿੱਚ ਕੇ ਪੈਂਦਾ ਸੀ। ਖੈਰ, ਉਸਨੇ ਦੇਖਿਆ ਕਿ ਕੁਝ ਪਤੀਲੇ ਵਗੈਰਾ ਵੀ ਸਾਫ਼ ਕਰਨ ਵਾਲੇ ਸੀ। ਇਸ ਕਰਕੇ ਉਸਨੇ ਪਤੀ ਨੂੰ ਰਿਕੁਐਸਟ ਕੀਤੀ ਕਿ ਉਹ ਕੁਝ ਪਤੀਲੇ ਮਾਂਜ ਦੇਣ। ਪਤੀ ਦੇਵ ਨੇ ਜਦੋਂ ਇਹ ਸੁਣਿਆ ਤਾਂ ਉਸ ਦਾ ਮਰਦਪੁਣਾ ਅਪਸੈਟ ਹੋ ਗਿਆ ਅਤੇ ਉਹ ਗੁੱਸੇ ਵਿੱਚ ਕਈ ਕੁਝ ਬੋਲਣ ਲੱਗ ਪਿਆ। ਗੱਲ ਕੀ, ਉਸਨੇ ਪਤਨੀ ਦੀ ਕੋਈ ਮਦਦ ਨਾ ਕੀਤੀ। ਹੁਣ ਦੇਖੋ, ਦੋਵੇਂ ਪਤੀ ਪਤਨੀ ਬਾਹਰ ਕੰਮ ਕਰਦੇ ਹਨ, ਜਿਸ ਕਰਕੇ ਇਨਸਾਫ ਦੀ ਗੱਲ ਇਹੋ ਹੈ ਕਿ ਇਸ ਸੂਰਤ ਵਿੱਚ ਜੇ ਪਤੀ ਘਰ ਦੇ ਕੰਮ ਵਿੱਚ ਪਤਨੀ ਦਾ ਹੱਥ ਵਡਾ ਦੇਵੇ ਤਾਂ ਕੋਈ ਹਰਜ ਨਹੀਂ, ਸਗੋਂ ਇਹ ਉੱਤਮ ਗੱਲ ਹੈ। ਪਤਨੀ ਦੇ ਬਾਹਰ ਕੰਮ ਤੇ ਜਾਣ ਨਾਲ ਤਾਂ ਲਾਲਚੀ ਮਰਦਾਂ ਦੇ ਮਰਦਪੁਣੇ ਨੂੰ ਫਰਕ ਨਹੀਂ ਪੈਂਦਾ, ਪਰ ਜਦੋਂ ਉਹਨਾਂ ਨੂੰ ਕਹੋ ਕਿ ਘਰ ਦੇ ਕੰਮ ਵਿੱਚ ਪਤਨੀ ਦੀ ਮਦਦ ਕਰੋ ਤਾਂ ਉਹ ਇਸ ਨੂੰ ਆਪਣੇ ਮਰਦਪੁਣੇ ਤੇ ਅਟੈਕ ਸਮਝਦੇ ਹਨ। ਗੁਰਸਿੱਖ ਦਾ ਮੁੱਢਲਾ ਗੁਣ ਦਇਆ ਹੈ। ਸਿੱਖ ਨੂੰ ਦੇਖਣਾ ਚਾਹੀਦਾ ਹੈ ਕਿ ਜੇ ਉਸ ਦੇ ਜੀਵਨ ਸਾਥੀ ਨੂੰ ਮਦਦ ਦੀ ਲੋੜ ਹੈ ਤਾਂ ਉਸ ਦੀ ਮਦਦ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਆਪਣੇ ਜੀਵਨ ਸਾਥੀ ਦੀ ਮੁਸ਼ਕਲ ਅਤੇ ਸਮੱਸਿਆ ਦੇਖ ਕੇ ਜੋ ਉਸ ਦੀ ਮਦਦ ਕਰਦੇ ਹਨ, ਉਹ ਆਪਣੇ ਜੀਵਨ ਸਾਥੀ ਦਾ ਪਿਆਰ ਅਤੇ ਖਾਸ ਕਰਕੇ ਇੱਜ਼ਤ ਹਾਸਲ ਕਰਦੇ ਹਨ। ਅਸਲੀ ਇੱਜ਼ਤ ਪਿਆਰ ਤੋਂ ਉਪਜਦੀ ਹੈ, ਡਰ ਤੋਂ ਨਹੀਂ। ਡਰ ਤੋਂ ਤਾਂ ਸਹਿਮ ਉਪਜਦਾ ਹੈ। ਇੱਜ਼ਤ ਦਾ ਸੋਮਾ ਤਾਂ ਅਸਲ ਵਿੱਚ ਪਿਆਰ ਹੀ ਹੈ।
ਇੱਕ ਬੜਾ ਪਿਆਰਾ ਗੁਰਸਿੱਖ ਜੋੜਾ ਸੀ। ਉਹ ਦੋਨੋਂ ਇੱਕ ਦੂਜੇ ਨਾਲ ਬੜੇ ਖੁਸ਼ ਰਹਿੰਦੇ ਸੀ। ਦੋਹਾਂ ਨੇ ਪਿੱਠ ਪਿੱਛੇ ਆਪਣੇ ਜੀਵਨ ਸਾਥੀ ਦੀ ਬੜੀ ਤਾਰੀਫ ਕਰਨੀ, ਜਿਸ ਤੋਂ ਜ਼ਾਹਰ ਸੀ ਕਿ ਉਹ ਇੱਕ ਦੂਜੇ ਨਾਲ ਬੜਾ ਪਿਆਰ ਕਰਦੇ ਹਨ। ਇੱਕ ਵਾਰੀ ਉਹਨਾਂ ਵਿੱਚ ਕਿਸੇ ਗੱਲ ਤੋਂ ਮਾਮੂਲੀ ਤਕਰਾਰ ਹੋ ਗਈ। ਦੋਹਾਂ ਪਾਸੋਂ ਇੱਕ ਦੂਜੇ ਨੂੰ ਕਬੋਲ ਬੋਲ ਹੋ ਗਏ। ਸ਼ਾਮ ਦਾ ਸਮਾਂ ਸੀ। ਪਤੀ ਨੇ ਕੁਝ ਜ਼ਿਆਦਾ ਕਬੋਲ ਬੋਲ ਦਿੱਤੇ, ਜਿਸ ਕਾਰਨ ਪਤਨੀ ਨੇ ਸ਼ਾਮ ਦਾ ਪ੍ਰਸ਼ਾਦਾ ਤਿਆਰ ਨਾ ਕੀਤਾ। ਉਹ ਆਪਣੇ ਕਮਰੇ ਵਿੱਚ ਜਾ ਕੇ ਪੈ ਗਈ। ਉਹ ਚਾਹੁੰਦੀ ਸੀ ਕਿ ਉਸ ਦਾ ਪਤੀ ਉਸ ਨੂੰ ਮਨਾਵੇ। ਦੂਜੇ ਪਾਸੇ ਪਤੀ ਵੀ ਚਾਹੁੰਦਾ ਸੀ ਕਿ ਉਸ ਦੀ ਪਤਨੀ ਉਸ ਨੂੰ ਮਨਾਵੇ। ਉਸ ਨੇ ਸੋਚਿਆ ਕਿ ਰੋਟੀ ਦੇ ਬਹਾਨੇ ਸੁਲ੍ਹਾ ਹੋ ਜਾਵੇਗੀ, ਪਰ ਜਦੋਂ ਪਤਨੀ ਨੇ ਰੋਟੀ ਪੁੱਛੀ ਹੀ ਨਾ ਤਾਂ ਉਹ ਆਪਣੇ ਕਮਰੇ ਨੂੰ ਛੱਡ ਕੇ ਇੱਕ ਖਾਲੀ ਕਮਰੇ ਵਿੱਚ ਜਾ ਕੇ ਪੈ ਗਿਆ। ਦੋਵੇਂ ਭੁੱਖੇ ਹੀ ਸੌਂ ਗਏ। ਅਗਲੇ ਦਿਨ ਪਤੀ ਨੂੰ ਬਹੁਤ ਗੁੱਸਾ ਆਇਆ ਕਿ ਪਤਨੀ ਨੇ ਉਸ ਨੂੰ ਬੁਲਾਇਆ ਨਹੀਂ ਅਤੇ ਭੁੱਖਿਆਂ ਹੀ ਸੌਣ ਦਿੱਤਾ। ਸਵੇਰੇ ਦੋਵੇਂ ਜਾਣੇ ਕਾਹਲੀ ਵਿੱਚ ਉੱਠੇ ਅਤੇ ਆਪੋ ਆਪਣੇ ਕੰਮਾਂ ਤੇ ਚਲੇ ਗਏ। ਖਾਣ ਪੀਣ ਦਾ ਜਿਵੇਂ ਕਿਵੇਂ ਉਹਨਾਂ ਨੇ ਸਾਰ ਲਿਆ। ਦੂਜੇ ਦਿਨ ਸ਼ਾਮ ਨੂੰ ਪਤਨੀ ਨੇ ਖਾਣਾ ਤਾਂ ਤਿਆਰ ਕੀਤਾ, ਪਰ ਪਤੀ ਨੂੰ ਮਨਾਇਆ ਨਹੀਂ। ਪਤੀ ਵੀ ਆਕੜ ਗਿਆ ਅਤੇ ਅਲੱਗ ਕਮਰੇ ਵਿੱਚ ਜਾ ਕੇ ਸੌਂ ਗਿਆ। 2 ਦਿਨ ਲੰਘ ਗਏ। ਦੂਰੀਆਂ ਵੱਧ ਗਈਆਂ ਅਤੇ ਮਨ ਵਿੱਚ ਇੱਕ ਦੂਜੇ ਲਈ ਬਹੁਤ ਕੁੜੱਤਣ ਆ ਗਈ। ਪਤੀ ਬਹੁਤ ਜ਼ਿਆਦਾ ਅਪਸੈਟ ਹੋ ਗਿਆ, ਕਿਉਂਕਿ ਉਸ ਨੂੰ ਉਮੀਦ ਨਹੀਂ ਸੀ ਕਿ ਉਸ ਦੀ ਪਤਨੀ ਇਸ ਤਰ੍ਹਾਂ 2 ਦਿਨ ਉਸ ਨੂੰ ਮਨਾਵੇਗੀ ਨਹੀਂ। ਤੀਜੇ ਦਿਨ ਜਦੋਂ ਪਤਨੀ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤੀ ਦਾ ਗੁੱਸਾ ਬਹੁਤ ਭੜਕਿਆ ਹੋਇਆ ਸੀ, ਕਿਉਂਕਿ ਪਤੀ ਨੇ ਖਾਣਾ ਨਹੀਂ ਸੀ ਦਿੱਤਾ ਅਤੇ ਅਲੱਗ ਕਮਰੇ ਵਿੱਚ ਸੌਣ ਤੋਂ ਉਸ ਨੂੰ ਰੋਕਿਆ ਨਹੀਂ। ਉਹ 2-4 ਦਿਨ ਵਿੱਚ ਮੰਨ ਤਾਂ ਗਏ, ਪਰ ਉਹਨਾਂ ਵਿੱਚ ਇੱਕ ਫਰਕ ਜਿਹਾ ਪੈ ਗਿਆ। ਰੱਸੀ ਟੁੱਟਣ ਤੇ ਜੁੜ ਤਾਂ ਜਾਂਦੀ ਹੈ, ਪਰ ਵਿੱਚ ਗੰਢ ਪੈ ਜਾਂਦੀ ਹੈ। ਹੁਣ ਜਦੋਂ ਮਾੜੀ ਮੋਟੀ ਤਕਰਾਰ ਹੋਣੀ, ਪਤੀ ਨੇ ਅਲੱਗ ਕਮਰੇ ਵਿੱਚ ਚਲੇ ਜਾਣਾ। ਇਸ ਤਰ੍ਹਾਂ ਕਰਦਿਆਂ ਨੌਬਤ ਤਲਾਕ ਤੱਕ ਪਹੁੰਚ ਗਈ ਅਤੇ ਉਹ ਪੱਕੇ ਤੌਰ ਤੇ ਅਲੱਗ ਹੋ ਗਏ। ਹੋਰ ਵੀ ਕਈ ਗੱਲਾਂ ਦਾ ਕਾਰਨ ਬਣਿਆ, ਪਰ ਇੱਕ ਕਾਰਨ ਇਹ ਬਣਿਆ ਕਿ ਉਹਨਾਂ ਨੇ ਝਗੜਾ ਲੰਬਾ ਹੋਣ ਦਿੱਤਾ। ਕੁਝ ਵੀ ਹੋਵੇ, ਝਗੜਾ ਲੰਬਾ ਨਹੀਂ ਕਰਨਾ ਚਾਹੀਦਾ ਅਤੇ ਅਲੱਗ ਕਮਰੇ ਵਿੱਚ ਨਹੀਂ ਚਲੇ ਜਾਣਾ ਚਾਹੀਦਾ। ਜਲਦੀ ਤੋਂ ਜਲਦੀ ਸੌਣ ਤੋਂ ਪਹਿਲਾਂ ਨਿਮਰਤਾ ਅਤੇ ਮਿਠਾਸ ਧਾਰਨ ਕਰਕੇ ਸੁਲ੍ਹਾ ਕਰ ਲੈਣੀ ਚਾਹੀਦੀ ਹੈ, ਨਹੀਂ ਤਾਂ ਘਰ ਟੁੱਟ ਜਾਂਦਾ ਹੈ। ਗੁਰਸਿੱਖਾਂ ਦੀ ਸਭ ਤੋਂ ਵੱਡੀ ਇੱਛਾ ਇਹੋ ਹੁੰਦੀ ਹੈ ਕਿ ਕਿਵੇਂ ਉਹ ਅਕਾਲ ਪੁਰਖ ਦੀ ਬੰਦਗੀ ਅਤੇ ਗੁਰੂ ਪੰਥ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰ ਸਕਣ। ਬੰਦਗੀ ਅਤੇ ਸੇਵਾ ਤਾਂ ਹੀ ਮੁਮਕਨ ਹਨ ਜੇ ਜੀਵਨ ਸਾਥੀ ਸਹਿਯੋਗ ਦੇਵੇ, ਨਹੀਂ ਤਾਂ ਇਹ ਰੂਹਾਨੀ ਕਾਰਜ ਕਰਨੇ ਬਹੁਤ ਮੁਸ਼ਕਲ ਹੋ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਵਾਨੀ ਤੋਂ ਸ਼ੁਰੂ ਕਰਕੇ ਤਕਰੀਬਨ 30 ਸਾਲ ਦੁਨੀਆ ਨੂੰ ਤਾਰਨ ਲਈ ਉਦਾਸੀਆਂ ਦੇ ਰੂਪ ਵਿੱਚ ਕੁਰਬਾਨ ਕਰ ਦਿੱਤੇ। ਉਹ ਕਈ ਸਾਲ ਘਰੋਂ ਬਾਹਰ ਰਹੇ, ਜਦ ਕਿ ਉਹਨਾਂ ਦੇ ਮਹਿਲ ਮਾਤਾ ਸੁਲੱਖਣੀ ਜੀ ਅਤੇ ਦੋਨੋਂ ਸਾਹਿਬਜ਼ਾਦੇ ਘਰ ਸਨ। ਸੋਚ ਕੇ ਦੇਖੋ, ਉਹਨਾਂ ਦੇ ਮਹਿਲ ਮਾਤਾ ਸੁਲੱਖਣੀ ਜੀ ਦੀ ਕੁਰਬਾਨੀ ਕਿੰਨੀ ਮਹਾਨ ਹੈ ਕਿ ਉਹਨਾਂ ਨੇ ਘਰੇ ਰਹਿ ਕੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਅਤੇ ਗੁਰੂ ਸਾਹਿਬ ਦੇ ਇਸ ਮਹਾਨ ਕਾਰਜ ਵਿੱਚ ਉਹ ਰੁਕਾਵਟ ਨਹੀਂ ਬਣੇ। ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਗੁਰਸਿੱਖ ਨੇ ਸੇਵਾ ਜਾਂ ਬੰਦਗੀ ਕਰ ਰਹੇ ਆਪਣੇ ਜੀਵਨ ਸਾਥੀ ਨੂੰ ਪੂਰਾ ਸਹਿਯੋਗ ਦੇਣਾ ਹੈ, ਨਾ ਕਿ ਉਸ ਦੇ ਰਾਹ ਵਿੱਚ ਰੁਕਾਵਟ ਬਣ ਕੇ ਬੰਦਗੀ ਕਰਨ ਤੋਂ ਜਾਂ ਸ਼ੁਭ ਕਰਮਨ ਕਰਨ ਤੋਂ ਹਟਾਉਣਾ ਹੈ। ਕਈ ਬੀਬੀਆਂ ਸ਼ਿਕਾਇਤ ਕਰਦੀਆਂ ਹਨ ਕਿ ਉਹਨਾਂ ਦੇ ਪਤੀ ਉਹਨਾਂ ਨੂੰ ਪੂਜਾ ਪਾਠ ਤੋਂ ਰੋਕਦੇ ਹਨ ਜਾਂ ਪਸੰਦ ਨਹੀਂ ਕਰਦੇ। ਅਜਿਹੇ ਬੰਦਿਆਂ ਨੂੰ ਬੇਨਤੀ ਹੈ ਕਿ ਸ਼ੁਭ ਕਰਮ ਕਰ ਰਹੇ ਆਪਣੇ ਜੀਵਨ ਸਾਥੀ ਨੂੰ ਕਦੇ ਨਹੀਂ ਰੋਕਣਾ ਚਾਹੀਦਾ, ਸਗੋਂ ਉਸ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਜੇ ਤੁਹਾਡਾ ਜੀਵਨ ਸਾਥੀ ਪਾਠ ਜਾਂ ਧਾਰਮਿਕ ਕੰਮ ਕਰਦਾ ਹੈ ਤਾਂ ਇਸ ਨਾਲ ਉਸ ਦੇ ਦਿਲ ਵਿੱਚ ਸ਼ਾਂਤੀ ਅਤੇ ਖੁਸ਼ੀ ਨਿਵਾਸ ਲਵੇਗੀ, ਜਿਸ ਦਾ ਫਾਇਦਾ ਤੁਹਾਡੇ ਸਮੇਤ ਸਾਰੇ ਘਰ ਨੂੰ ਹੋਵੇਗਾ। ਜਿਨ੍ਹਾਂ ਦੇ ਪਤੀ ਰੱਬ ਵਾਲੇ ਪਾਸੇ ਨਹੀਂ ਲੱਗਦੇ ਅਤੇ ਉਹ ਚਾਹੁੰਦੀਆਂ ਹਨ ਕਿ ਉਹਨਾਂ ਦੇ ਪਤੀ ਇਸ ਪਾਸੇ ਲੱਗਣ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਪਰਥਾਏ ਅਕਾਲ ਪੁਰਖ ਅੱਗੇ ਬੇਨਤੀ ਅਰਦਾਸ ਕਰਨ। ਅਰਦਾਸ ਕਰਨ ਤੋਂ ਪਹਿਲਾਂ ਇਸ ਪਰਥਾਏ ਕੋਈ ਪਾਠ ਜਿਵੇਂ ਕਿ ਸ੍ਰੀ ਜਪਜੀ ਸਾਹਿਬ ਜਾਂ ਸ੍ਰੀ ਸੁਖਮਨੀ ਸਾਹਿਬ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਭੋਜਨ ਤਿਆਰ ਕਰਦੇ ਵਕਤ ਲਗਾਤਾਰ ਗੁਰਬਾਣੀ ਦਾ ਪਾਠ ਧੀਮੀ ਆਵਾਜ਼ ਵਿੱਚ ਕਰਦੇ ਰਹਿਣਾ ਚਾਹੀਦਾ ਹੈ। ਗੁਰਬਾਣੀ ਦੀ ਪਾਰਸ ਕਲਾ ਜ਼ਰੂਰ ਭੋਜਨ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਇਸ ਦਾ ਅਸਰ ਖਾਣ ਵਾਲੇ ਤੇ ਜ਼ਰੂਰ ਪੈਂਦਾ ਹੈ। ਅੱਜ ਕੱਲ੍ਹ ਦੇ ਸ਼ੰਕਾਵਾਦੀ ਲੋਕ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ, ਪਰ ਇਹ ਹਨ ਐਨ ਸੱਚੀਆਂ। ਸ਼ਰਧਾ ਸੇਤੀ ਹਮੇਸ਼ਾ ਇਸ ਤਰੀਕੇ ਨਾਲ ਭੋਜਨ ਤਿਆਰ ਕਰਨਾ ਚਾਹੀਦਾ ਹੈ ਕਿ ਭੋਜਨ ਤਿਆਰ ਕਰਦੇ ਹੋਏ ਧੀਮੀ ਆਵਾਜ਼ ਵਿੱਚ ਜ਼ੁਬਾਨੀ ਪਾਠ ਕਰਦੇ ਰਹਿਣਾ ਚਾਹੀਦਾ ਹੈ, ਜਿਵੇਂ ਕਿ ਮੂਲ ਮੰਤਰ, ਗੁਰਬਾਣੀ ਦੇ ਸ਼ਬਦਾਂ ਦੇ ਜਾਪ, ਜਪਜੀ ਸਾਹਿਬ, ਬਸੰਤ ਕੀ ਵਾਰ, ਬੇਨਤੀ ਚੌਪਈ ਸਾਹਿਬ ਆਦਿ। ਇਸ ਦੇ ਨਾਲ ਰੋਜ਼ ਅਰਦਾਸ ਕਰੋ ਤਾਂ ਅਕਾਲ ਪੁਰਖ ਦੇ ਘਰ ਵਿੱਚ ਕੀ ਨਹੀਂ ਹੈ ਜੋ ਨਹੀਂ ਮਿਲ ਸਕਦਾ। ਗੁਰੂ ਸਾਹਿਬ ਆਪ ਹੀ ਕਿਰਪਾ ਕਰਕੇ
ਸਿੱਖੀ ਬਖਸ਼ ਦਿੰਦੇ ਹਨ। ਅੰਗਰੇਜ਼ੀ ਦੀ ਇੱਕ ਕਹਾਵਤ ਹੈ ਕਿ the family that prays together and eats together stays together। ਇਸ ਦਾ ਭਾਵ ਇਹ ਹੈ ਕਿ ਜੋ ਪਰਿਵਾਰ ਭੋਜਨ ਇਕੱਠਾ ਕਰਦਾ ਹੈ ਅਤੇ ਪਾਠ ਪੂਜਾ ਰਲ ਮਿਲ ਕੇ ਕਰਦਾ ਹੈ, ਉਹ ਪਰਿਵਾਰ ਇਕੱਠਾ ਰਹਿੰਦਾ ਹੈ। ਸੋ ਗੁਰਸਿੱਖਾਂ ਨੂੰ ਚਾਹੀਦਾ ਹੈ ਕਿ ਇਕੱਠੇ ਬੈਠ ਕੇ ਭੋਜਨ ਕਰਨ ਅਤੇ ਸਵੇਰ ਦਾ ਨਾਮ ਸਿਮਰਨ ਅਤੇ ਸ਼ਾਮ ਦਾ ਰਹਿਰਾਸ ਸਾਹਿਬ ਦਾ ਪਾਠ ਇਕੱਠੇ ਹੀ ਕਰਨ। ਕੋਈ ਕਰਕੇ ਦੇਖ ਲਵੇ। ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਸੁੱਖ ਸ਼ਾਂਤੀ ਅਤੇ ਬਹੁਤ ਪਿਆਰ ਵਾਲਾ ਮਾਹੌਲ ਬਣ ਜਾਵੇਗਾ। ਅਖੀਰ ਵਿੱਚ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਇਹ ਦਿਲੀ ਇੱਛਾ ਹੈ ਕਿ ਗੁਰਸਿੱਖਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ, ਪਿਆਰ ਅਤੇ ਰੂਹਾਨੀਅਤ ਵਾਲਾ ਮਾਹੌਲ ਹੋਵੇ। ਇਹ ਤਾਂ ਹੀ ਮੁਮਕਨ ਹੈ ਜੇ ਦੋਵੇਂ ਪਤੀ ਪਤਨੀ ਕੋਸ਼ਿਸ਼ ਕਰਨ। ਜੇ ਕਿਤੇ ਸਾਰੇ ਗੁਰਸਿੱਖ ਇਹ ਗੱਲਾਂ ਅਪਣਾ ਲੈਣ ਤਾਂ ਜ਼ਰੂਰ ਹੀ ਉਹਨਾਂ ਦਾ ਗ੍ਰਸਤੀ ਜੀਵਨ ਸੁੱਖਾਂ ਵਾਲਾ ਹੋ ਜਾਵੇਗਾ। ਯਾਦ ਰੱਖੋ ਕਿ ਜੇ ਤੁਸੀਂ ਜ਼ਿੰਦਗੀ ਵਿੱਚ ਖੁਦਾਏ ਦੀ ਭਗਤੀ ਕਰਨ ਦਾ ਇਸ਼ਤਿਆਕ ਰੱਖਦੇ ਹੋ ਤਾਂ ਘਰ ਵਿੱਚ ਕਲ ਕਲੇਸ਼ ਤੋਂ ਬਚੋ। ਜਿਸ ਘਰ ਵਿੱਚ ਸੁੱਖ ਸ਼ਾਂਤੀ ਵਾਲਾ ਮਾਹੌਲ ਹੋਵੇ, ਉਸ ਘਰ ਵਿੱਚ ਧਨ ਦੌਲਤ ਦੀ ਵੀ ਅਤੇ ਹੋਰ ਪਦਾਰਥਾਂ ਦੀ ਵੀ ਬਰਕਤ ਰਹਿੰਦੀ ਹੈ। ਉਸ ਘਰ ਦੇ ਮੈਂਬਰ ਆਸਾਨੀ ਨਾਲ ਅਤੇ ਬੇਫਿਕਰ ਹੋ ਕੇ ਪਰਮੇਸ਼ਰ ਦੀ ਭਗਤੀ ਕਰ ਸਕਦੇ ਹਨ। ਜਿਹੜਾ ਬੰਦਾ ਘਰ ਦੇ ਕਲੇਸ਼ ਦਾ ਮਾਰਿਆ ਹੁੰਦਾ ਹੈ, ਉਸ ਦੀ ਬਹੁਤੀ ਤਾਕਤ ਇਸ ਕਲੇਸ਼ ਨੂੰ ਮੈਨੇਜ ਕਰਨ ਵਿੱਚ ਲੱਗ ਜਾਂਦੀ ਹੈ। ਸੋ ਪਿਆਰੇ ਗੁਰਸਿੱਖ ਭੈਣ ਜੀ ਅਤੇ ਵੀਰ ਜੀ, ਆਪਣੇ ਘਰ ਵਿੱਚ ਸੁੱਖ ਸ਼ਾਂਤੀ ਲਈ ਹੋ ਸਕੇ ਤਾਂ ਇਹ ਨੁਕਤੇ ਜ਼ਰੂਰ ਅਪਣਾ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।